ਸਾਡੇ ਉਹਨਾਂ ਨੇ ਬੜੀ ਗਲਤ ਸ਼ਬਦਾਵਲੀ ਦੇ ਵਿੱਚ ਜੋਸ਼ੀ ਜੀ ਦੇ ਬਾਰੇ ਆਪਣਾ ਵੀਡੀਓ ਪਾਈ ਹੈ। ਔਰ ਜੋ ਤੁਸੀਂ ਉਹਨਾਂ ਦੀ ਮਾਨਸਿਕਤਾ ਦੇਖ ਸਕਦੇ ਹੋ ਕਿ ਕਿਸ ਲੈਵਲ ਦੀ ਮਾਨਸਿਕਤਾ ਉਹਨਾਂ ਦੀ, ਉਹਨਾਂ ਦਿਲ 'ਚ ਦਿਮਾਗ 'ਚ ਕਿੰਨਾ ਜ਼ਹਿਰ ਭਰਿਆ ਹੈ। 10 ਦਿਨ ਪਹਿਲੇ ਕੋਈ ਬੰਦਾ ਆਉਂਦਾ ਚਪੇੜ ਮਾਰ ਕੇ ਗਾਂਹ ਕਰ ਦਿੰਦਾ ਤੇ ਜਿੱਤ ਕੇ ਲੈ ਜਾਂਦਾ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਉਹ ਜੇ ਉਹਨਾਂ ਦਾ ਜਿਹੜਾ ਬੌਸ ਹੈ ਉਹ ਮੇਅਰ ਬਣਨ ਤੋਂ ਬਾਅਦ ਪਾਰਸ਼ਦ ਦਾ ਇਲੈਕਸ਼ਨ ਹਾਰ ਗਏ, ਉਹਨਾਂ ਨੂੰ ਕਿੰਨੀਆਂ ਕੁ ਚਪੇੜਾਂ ਮਿਲੀਆਂ। ਬਾਅਦ ਅਨਿਲ ਜੋਸ਼ੀ ਤਰਨਤਾਰਨ ਤੋਂ ਆਏ ਸਨ ਤੇ ਤਰਨਤਾਰਨ ਅਸੀਂ ਵਾਪਸ ਭੇਜ ਦਿੱਤੇ। ਚਲੋ ਉਹ ਤਾਂ ਵਕਤ ਦੱਸੇਗਾ ਨਾ, ਕਿਲਾ ਨਹੀਂ ਹੈਗਾ ਕਿ ਬਈ ਇਹਨਾਂ ਨੇ ਸਾਨੂੰ ਜੋਸ਼ੀ ਜੀ ਕਰਕੇ ਸਾਨੂੰ ਟੀਮ ਚੋਂ ਕੱਢ ਦਿੱਤਾ, ਧੜੇਬਾਜ਼ੀ ਦਾ ਆਪ ਬਣਾਉਂਦੇ ਪਏ ਆ। ਜਿਹੜੇ ਲੋਕ ਪਾਰਟੀ ਦਾ ਪ੍ਰਚਾਰ ਪ੍ਰਸਾਰ ਛੱਡ ਕੇ ਵਿਅਕਤੀਗਤ ਕਿਸੇ ਦਾ ਪ੍ਰਚਾਰ ਪ੍ਰਸਾਰ ਕਰਦੇ ਆ, ਉਹਨਾਂ ਨੂੰ ਪਾਰਟੀ ਦੇ ਪਦਾਧਿਕਾਰੀ ਰਹਿਣ ਦਾ ਕੋਈ ਹੱਕ ਨਹੀਂ ਹੈਗਾ। ਪੰਜਾਬ ਔਰ ਹਰਿਆਣੇ ਦੇ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਕਮਿਊਨਿਸਟਾਂ ਔਰ ਕਾਂਗਰਸੀਆਂ ਦੇ ਹੱਥੇ ਚੜੀਆਂ, ਕਿਸਾਨ ਅੰਦੋਲਨ ਹੋ ਕੇ 2022 ਦੀਆਂ ਗੋਟੀਆਂ ਫਿੱਟ ਹੋ ਰਹੀਆਂ। ਮੀਡੀਆ ਦੇ ਵਿੱਚ ਮੈਂ ਆਪਣੇ ਘਰ ਕਿਸੇ ਨੂੰ ਆਪਣੇ ਡਰਾਇੰਗ ਰੂਮ 'ਚ ਸੱਦ ਕੇ ਚੰਗਾ ਖੁਆਬ ਹੋਇਆ ਕਿ ਜੇ ਚਾਰ ਸ਼ਬਦ ਬੁਲਵਾ ਲੈਣਾ ਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਕੋਈ ਜਣਾ ਖਣਾ ਕਿਸੇ ਦੇ ਡਰਾਇੰਗ ਰੂਮ 'ਚ ਬਹਿ ਕੇ ਚੰਗੀ ਚਾਹ ਪੀ ਕੇ 2 ਪਰੌਂਠੀਆਂ ਵੱਧ ਖਾ ਕੇ ਕੋਈ 4 ਸ਼ਬਦ ਵੱਧ ਬੋਲ ਦਿੰਦਾ ਤੇ ਉਹਦੀ ਕੋਈ ਵੈਲਿਊ ਨਹੀਂ। ਆਪਣੇ ਖੂਨ 'ਚ ਬੀਜੇਪੀ ਆਈ, ਪਾਰਟੀ ਦੇ ਸਮਰਥਕ ਆ। ਇਹਨਾਂ ਦੇ ਕਹਿਣਾ ਨਹੀਂ ਹੈ, ਇਹਨਾਂ ਨੇ ਇੱਕ ਮਾਹੌਲ ਬਣਾਤਾ ਹੈ ਕਿ ਕਿਸੇ ਤਰੀਕੇ ਨੂੰ 2000 ਰੁਪਇਆ ਮਹੀਨਾ ਜਿਹੜਾ ਮੰਗ ਰਹੇ ਨੇ ਕਿ ਟੀਮਾਂ ਬਣਾਓ, ਮੰਡਲ ਪ੍ਰਧਾਨ ਬਣਾਓ, ਉਹਨਾਂ ਦੀਆਂ ਥੱਲੇ ਟੀਮਾਂ ਬਣਾਓ, ਪੈਸਾ ਇਕੱਠਾ ਕਰਕੇ ਦਿਓ। ਤੇ ਮੰਗ ਹੀ ਜੀ ਇੰਨੇ ਪੈਸੇ ਤੁਸੀਂ ਕਾਹਦੇ ਇਕੱਠੇ ਕਰਨੀ। ਪਾਰਟੀ ਦੇ ਵਫਾਦਾਰ ਸਿਪਾਹੀਆਂ ਤੇ ਪਾਰਟੀ ਦੇ ਨਾਲ ਹੀ ਰਵਾਂਗੇ। ਕਿਸ ਵੇ ਕਿ ਜਿਹੜੇ ਅਨਿਲ ਜੋਸ਼ੀ ਜੀ ਨੇ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਨੇ। ਇਹਨਾਂ ਦੇ ਮੁੱਦੇ ਹੈਗੇ ਆ, ਇਹਨਾਂ ਨੂੰ ਆਪਾਂ ਸੋਲਵ ਕਰੀਏ। ਜਿਹੜੇ ਇੱਥੋਂ ਤੱਕ ਪਹੁੰਚ ਗਏ ਨੇ, ਸਾਲ ਹੋ ਗਿਆ ਭਾਜੀ, 500 ਤੋਂ ਉੱਤੇ ਬੰਦਾ ਮਰ ਗਿਆ ਆ। ਕਿਸਾਨਾਂ ਦਾ ਮੁੱਦਾ ਜਿਹੜਾ ਹੱਲ ਕੀਤਾ ਜਿਹੜਾ ਜਲਦੀ ਕਰੋ। ਅੰਗ ਇਹੀ ਹੈ ਕਿ ਕਿਸਾਨਾਂ ਦਾ ਮਸਲਾ ਜਿਹੜਾ ਜਲਦੀ ਹੱਲ ਹੋਣਾ ਚਾਹੀਦਾ ਤੇ ਕਿ ਜੇ ਅਸੀਂ ਵੀ ਜਾ ਕੇ ਬੀਜੇਪੀ ਦਾ ਪ੍ਰਚਾਰ ਕਰ ਸਕੀਏ। ਤੁਸੀਂ ਦੇਖ ਰਹੇ ਹੋ ਚੈਨਲ AK1, ਮੈਂ ਤੁਹਾਡਾ ਹੋਸਟ ਪਰਮਜੀਤ ਸਿੰਘ। ਅੱਜ ਸਾਡੇ ਸਾਹਮਣੇ ਕੁਝ ਵਿਅਕਤੀ ਬੀਜੇਪੀ ਪਾਰਟੀ, ਜਨਤਾ ਪਾਰਟੀ ਦੇ ਕੁਝ ਵਿਅਕਤੀ, ਕੁਝ ਅਹੁਦੇਦਾਰ ਸਾਡੇ ਨਾਲ ਨੇ। ਬੀਜੇਪੀ ਦੇ ਵਿੱਚ ਜਦੋਂ ਦਾ ਖੇਤੀ ਮੁੱਦਾ ਸ਼ੁਰੂ ਹੋਇਆ, ਬੀਜੇਪੀ ਉਦੋਂ ਤੋਂ ਹੀ ਬੈਕ ਫੁੱਟ ਤੇ ਜਾ ਰਹੀ ਹੈ। ਅੰਮ੍ਰਿਤਸਰ ਨੌਰਥ ਤੋਂ ਭਾਜਪਾ ਦੇ ਕੈਬਨਿਟ ਮਿਨਿਸਟਰ, ਸਾਬਕਾ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਜੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਖੇਤੀ ਬਿੱਲ ਦੇ ਖਿਲਾਫ ਬਿਆਨ ਦੇਣ ਦੀ ਦੇਰ ਸੀ ਕਿ ਬੀਜੇਪੀ ਦੇ ਵਿੱਚ ਲਗਾਤਾਰ ਬੀਜੇਪੀ ਦੇ ਖਿਲਾਫ, ਖੇਤੀ ਬਿੱਲਾਂ ਦੇ ਖਿਲਾਫ ਬਿਆਨਾਂ ਦਾ ਇੱਕ ਹੋੜ ਜਿਹਾ ਲੱਗ ਗਿਆ, ਜਿਸ ਦਾ ਨਤੀਜਾ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਬੀਜੇਪੀ ਦੀ ਜ਼ਿਲ੍ਹਾ ਇਕਾਈ, ਅੰਮ੍ਰਿਤਸਰ ਜ਼ਿਲ੍ਹਾ ਇਕਾਈ, ਇਹਨਾਂ ਗੱਲਾਂ ਨੂੰ ਲੈ ਕੇ ਨਾਰਾਜ਼ ਨਜ਼ਰ ਆ ਰਹੀ ਹੈ। ਬੀਜੇਪੀ ਅੰਮ੍ਰਿਤਸਰ ਨੇ ਅੰਮ੍ਰਿਤਸਰ ਤੋਂ ਜਿਹੜਾ IT ਸੈੱਲ ਸੀ, ਬੀਜੇਪੀ ਦਾ IT ਸੈੱਲ, ਉਸ ਨੂੰ ਸੰਪੂਰਨ ਤੌਰ ਤੇ ਭੰਗ ਕਰ ਦਿੱਤਾ, ਜਿਸ ਦੇ ਕਿ ਲਗਭਗ 21 ਮੈਂਬਰ ਸਨ। ਨਾਲ ਹੀ ਉਹਨਾਂ ਨੇ ਬੀਜੇਪੀ OBC ਮੋਰਚੇ ਦੇ ਜਿਹੜੇ ਜ਼ਿਲ੍ਹਾ ਸਚਿਵ ਸਨ ਅਨਿਲ ਲੁਥਰਾ ਜੀ, ਉਹਨਾਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਵਾ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਮੀਡੀਆ ਦੇ ਰੂਬਰੂ ਹੋਏ ਨੇ, ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰ ਜਾਵਾਂਗੇ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸਨੀ ਚੋਪੜਾ ਹੈ ਜੀ। ਸਭ ਤੋਂ ਪਹਿਲੇ ਮੈਂ AK1 ਚੈਨਲ ਦਾ ਬਹੁਤ ਧੰਨਵਾਦ ਕਰਦਾ। ਕੀ ਉਹਦਾ ਤੁਹਾਡਾ ਜੀ ਆਪਣਾ ਪਾਰਟੀ ਦੇ ਵਿੱਚ? ਮੈਂ ਜ਼ਿਲ੍ਹੇ ਦਾ IT ਸੈੱਲ ਸੋਸ਼ਲ ਮੀਡੀਆ ਦਾ ਸਹਿ ਸੰਯੋਜਕ ਸੀ। ਭਾਜੀ ਸਭ ਤੋਂ ਪਹਿਲੇ ਤਾਂ ਮੈਂ ਕਹਾਂਗਾ ਕਿ ਇਹਨਾਂ ਨੇ ਸਾਨੂੰ ਪੁੱਛੇ ਬਿਨਾਂ ਹੀ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸਾਨੂੰ ਸਾਡੀ ਟੀਮ ਭੰਗ ਕਰਨ ਤੋਂ ਪਹਿਲੇ ਸਾਡੀ ਤੁਸੀਂ ਪੋਸਟਾਂ ਕੋਈ ਵੀ ਖੋਲ੍ਹ ਕੇ ਦੇਖ ਸਕਦੇ ਹੋ। ਸਾਨੂੰ ਖੁਦ ਨਹੀਂ ਪਤਾ ਕਿ ਸਾਡੀ ਕਿਹੜੀ ਐਸੀ ਪਾਰਟੀ ਦੇ ਵਿਰੁੱਧ ਪੋਸਟ ਗਈ ਹੈ ਕਿ ਜਿਹੜੀ ਇਹਨਾਂ ਨੇ ਸਾਡੀ ਟੀਮ ਪੂਰੀ ਭੰਗ ਕਰ ਦਿੱਤੀ। ਤੁਹਾਨੂੰ ਕੋਈ ਕਾਰਨ ਦੱਸੋ, ਨੋਟਿਸ ਹਾਸਲ ਨਹੀਂ ਹੋਇਆ ਪਹਿਲਾਂ? ਨਹੀਂ ਜੀ, ਕੋਈ ਨੋਟਿਸ ਤੁਹਾਨੂੰ ਨਹੀਂ ਮਿਲਿਆ। ਪਰ ਉਹਦਾ ਪਰ ਅਖਬਾਰ ਹੈ, ਇਹਨਾਂ ਦਾ ਕਹਿਣਾ ਸੀ ਕਿ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਫੋਟੋ ਨਹੀਂ ਪਾਣੀ, ਪਾਰਟੀ ਦਾ ਕੰਮ ਕਰੋ। ਦੇਖੋ, ਹਰ ਕੋਈ ਜਿਹੜਾ ਵੀ ਕਾਰਜਕਰਤਾ ਹੈ, ਭਾਵੇਂ ਸਧਾਰਨ ਕਾਰਜਕਰਤਾ, ਉਹ ਆਪਣੇ ਮਨ 'ਚ ਕਿਸੇ ਨਾ ਕਿਸੇ ਲੀਡਰ ਨੂੰ ਪਿਆਰ ਕਰਦਾ ਹੈ। ਔਰ ਅਗਰ ਅਸੀਂ ਕੋਈ ਕਿਸੇ ਆਪਣੇ ਲੀਡਰ ਦੀ ਫੋਟੋ ਪਾ ਵੀ ਰਹੇ ਹਾਂ ਤੇ ਉਹਨਾਂ ਨਾਲ, ਉਹ ਵੀ ਭਾਜਪਾ ਦੇ ਹੀ ਆਪਣੇ ਸਾਡੇ ਲੀਡਰ ਸੀ, ਮੰਤਰੀ ਸੀ, ਤੇ ਅਸੀਂ ਕਿਸੇ ਕਾਂਗਰਸ ਕਿਹੜੇ ਮੰਤਰੀ ਸਨ? ਤੁਸੀਂ ਉਹਨਾਂ ਦਾ ਨਾਮ ਲੈ ਕੇ ਮੀਡੀਆ ਵਿੱਚ ਦੱਸੋ। ਹਾਂਜੀ, ਸਾਡੇ ਪੰਜਾਬ ਦੇ ਪੂਰਵ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਜੀ ਹੀ, ਉਹਨਾਂ ਦੇ ਆਪਾਂ ਪੋਸਟਾਂ ਪਾਈ ਦੀਆਂ ਸੀ ਤੇ ਨਾਲ ਆਪਾਂ ਪਾਰਟੀ ਦਾ ਵੀ ਪੂਰਾ ਕੰਮ ਕਰੀਦਾ ਸੀ। ਇਹਦੇ ਉੱਤੇ ਸਨੀ ਚੋਪੜਾ ਦੇ ਨਾਂ ਦੀ ਮੇਰੀ ID ਹੈ। ਉਹਦੇ ਵਿੱਚ ਮੇਰੀ ਫੈਮਿਲੀ ਦੀਆਂ ਸ਼ਾਇਦ 4 ਪੋਸਟਾਂ ਹੋਣਗੀਆਂ ਤੇ 4000 ਸਿਰਫ ਪਾਰਟੀ ਦੀ ਪੋਸਟਾਂ ਹੋਣਗੀਆਂ, ਜਿਹਦੇ ਵਿੱਚ ਕੁਝ ਪੋਸਟਾਂ ਅਨਿਲ ਜੋਸ਼ੀ ਦੇ ਬਾਰੇ ਦੇ ਵੀ ਪਾਈ ਦੀਆਂ, ਕਿਉਂਕਿ ਹਰ ਖਾਲੀ ਨੌਰਥ ਹਲਕਾ ਨਹੀਂ, ਇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹਰ ਹਲਕੇ ਦੇ ਵਿੱਚ ਲੋਕਾਂ ਦੇ ਦਿਲ ਵਿੱਚ ਵਸਦੇ ਨੇ।
ਤੇ ਅਸੀਂ ਕੀ ਗਲਤੀ ਕੀਤੀ ਹੈ ਅਗਰ ਉਹਨਾਂ ਦੀ ਪੋਸਟ ਪਾਈ ਹੈ, ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗੀ। ਅਨਿਲ ਜੋਸ਼ੀ ਜੀ ਨੇ ਖੇਤੀ ਮੁੱਦੇ ਦੇ ਉੱਪਰ ਬੜਾ ਤਗੜਾ ਸਟੈਂਡ ਲਿਆ ਹੋਇਆ ਕਿ ਤੁਹਾਡੀਆਂ ਪੋਸਟਾਂ ਵੀ ਖੇਤੀ ਬਿੱਲ ਨਾਲ ਸੰਬੰਧਿਤ ਸਨ। ਕੋਈ ਨਹੀਂ ਸੀ, ਅਸੀਂ ਇਹ ਸਮਰਥਨ ਜ਼ਰੂਰ ਕੀਤਾ ਹੈ ਕਿ ਜਿਹੜੇ ਇੰਨੀ ਦੇਰ ਤੋਂ ਕਿਸਾਨ ਆਪਣੀ ਲੈ ਕੇ ਜਾ ਰਹੇ ਆ, ਆਪਣੀ ਮੰਗਾਂ ਨੂੰ ਆਵਾਜ਼ ਉਠਾ ਰਹੇ ਆ, ਪੰਜਾਬ ਲੀਡਰਸ਼ਿਪ ਨੇ ਉਹਦਾ ਕੋਈ ਵੀ ਸੁਣਵਾਈ ਕਿਸਾਨਾਂ ਦੀ ਨਹੀਂ ਕੀਤੀ, ਜਦਕਿ ਇਹ ਬਹੁਤ ਜਲਦ ਸਾਡੇ ਪੰਜਾਬ ਦੇ ਵਿੱਚ ਹੀ ਮਸਲਾ ਹੱਲ ਹੋ ਜਾਣਾ ਚਾਹੀਦਾ ਸੀ। ਤੇ ਇਹ ਅੱਜ ਦੇਖੋ ਸਾਲ ਹੋਣ ਨੂੰ ਆ ਗਿਆ ਹੈ। ਤੇ ਜੋਸ਼ੀ ਜੀ ਨੇ ਵੀ ਇਹੀ ਕਿਹਾ ਸੀ ਕਿ ਮੈਂ ਆਪਣੇ ਲੈਵਲ ਤੇ ਕਾਫੀ ਵਾਰ ਪਾਰਟੀ ਨਾਲ ਵੀ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਪਾਰਟੀ ਨੇ, ਪੰਜਾਬ ਲੀਡਰਸ਼ਿਪ ਨੇ ਉਹਨਾਂ ਦੀ ਕੋਈ ਸੁਣਵਾਈ, ਕੋਈ ਐਨੇ ਸੀਰੀਅਸਲੀ ਨਹੀਂ ਲਿੱਤਾ। ਕਿ ਪਾਰਟੀ ਨੂੰ ਇਹ ਲੱਗਦਾ ਸੀ ਕਿ ਜਿਹੜਾ ਆਈਟੀ ਸੈੱਲ ਹੈ ਇੱਕ ਵਿਅਕਤੀ ਵਿਸ਼ੇਸ਼ ਦਾ ਪ੍ਰਚਾਰ ਕਰ ਰਿਹਾ, ਜਿਹੜਾ ਕਾਰਨ ਸੀ ਕਿ ਆਈਟੀ ਸੈੱਲ ਹੀ ਭੰਗ ਕਰ ਦਿੱਤਾ ਪੂਰਾ ਉਹਨਾਂ ਨੇ। ਜੇ ਇਹ ਗੱਲ ਹੈ ਤੇ ਮੈਨੂੰ ਇਹ ਗੱਲ ਦੱਸਣ ਕਿ ਜਿਹੜਾ ਆਈਟੀ ਸੈੱਲ ਉਹਨਾਂ ਨੇ ਬਣਾਇਆ ਸੀ, ਕਿਆ ਬੀਜੇਪੀ ਦਾ ਆਈਟੀ ਸੈੱਲ ਬਣਾਇਆ ਸੀ, ਕਿਆ ਅਨਿਲ ਜੋਸ਼ੀ ਜੀ ਨੇ ਬਣਾਇਆ ਸੀ? ਸਾਨੂੰ ਪਾਰਟੀ ਨੇ ਆਈਟੀ ਸੈੱਲ, ਸਾਨੂੰ ਉਹਦਾ ਪਾਰਟੀ ਨੇ ਦਿੱਤਾ ਸੀ, ਜਿਹਦੇ ਕਰਕੇ ਅਸੀਂ ਪਾਰਟੀ ਦੀ ਵੀ ਪੋਸਟਾਂ ਪਾ ਰਹੇ ਸਾਂ, ਜੋਸ਼ੀ ਜੀ ਦੀ ਵੀ ਪੋਸਟਾਂ ਪਾ ਰਹੇ। ਜੋਸ਼ੀ ਜੀ ਵੀ ਸਾਡੀ ਪਾਰਟੀ ਦੇ ਬੰਦੇ ਨੇ, ਕੋਈ ਕਾਂਗਰਸ ਦੇ ਲੀਡਰ ਨਹੀਂ ਹੈ। ਅਸੀਂ ਅਗਰ ਉਹਨਾਂ ਦੀ ਪੋਸਟਾਂ ਪਾ ਰਹੇ ਹਾਂ, ਹਰ ਇੱਕ ਕਾਰਜਕਰਤਾ, ਭਾਜਪਾ ਦੇ ਕਾਰਜਕਰਤਾ ਤੁਸੀਂ ਲੈ ਲਓ, ਸਾਡੇ ਤੋਂ ਇਲਾਵਾ ਕਿਸੇ ਹੋਰ ਦੀ ਵੀ ਆਈਡੀ ਖੋਲ ਕੇ ਦੇਖ ਲਓ, ਕੱਲੀ ਹੋਰ ਕਿਸੇ ਕਿੰਨੇ ਆਪਣੇ ਆਈਡਲ ਲੀਡਰ ਦੀਆਂ ਫੋਟੋਆਂ ਪੋਸਟਾਂ ਪਾਉਂਦੇ, ਆਪਣੇ ਪੋਸਟਰ ਥੱਲੇ ਫੋਟੋਆਂ ਲਾਉਂਦੇ ਆ, ਵੱਡੀ ਫੋਟੋਆਂ ਆਪਣੇ ਲੀਡਰ ਦੀ, ਕੋਈ ਕਿਸੇ ਲੀਡਰ ਦੀ ਲਾ ਰਿਹਾ, ਜਿਹੜਾ ਜਿਹਨੂੰ ਪਿਆਰ ਕਰਦਾ ਉਹਦੀ ਲਾਉਂਦਾ। ਇਹ ਧੜੇਬੰਦੀਆਂ ਸਾਰੀਆਂ ਪਾਰਟੀਆਂ 'ਚ ਪਾਈ ਜਾ ਰਹੀਆਂ ਨੇ। ਭੰਡਾਰੀ ਪੁਲ ਦੇ ਉੱਪਰ ਕਾਂਗਰਸ ਦਾ ਅਸੀਂ ਜੇ ਇਸ ਵਕਤ ਗੱਲ ਕਰੀਏ ਤੇ ਕੈਪਟਨ ਪੱਖੀ ਪੋਸਟਰ ਅਲੱਗ ਲੱਗੇ ਹੋਏ ਨੇ, ਨਵਜੋਤ ਸਿੰਘ ਸਿੱਧੂ ਪੱਖੀ ਪੋਸਟਰ ਅਲੱਗ ਲੱਗੇ ਹੋਏ ਨੇ। ਤੇ ਬੀਜੇਪੀ ਦੇ ਵਿੱਚ ਵੀ ਉਹ ਕੰਮ ਸ਼ੁਰੂ ਹੋ ਗਿਆ ਕਿ ਅਨਿਲ ਜੋਸ਼ੀ ਦਾ ਧੜਾ ਤੇ ਬੀਜੇਪੀ ਦਾ ਵੱਖਰਾ ਧੜਾ, ਜਿਹੜੇ ਜੋਸ਼ੀ ਬੀਜੇਪੀ ਪਾਰਟੀ ਤੋਂ ਨਹੀਂ ਹਨ। ਇਹ ਬੀਜੇਪੀ ਪਾਰਟੀ ਦਾ ਕੀ ਕਾਰਨ ਹੈ ਕਿ ਧੜੇਬੰਦੀ ਦਾ ਕਾਰਨ ਕੀ ਹੈ? ਧੜੇਬੰਦੀ ਤਾਂ ਅੱਜ ਨਹੀਂ ਨਜ਼ਰ ਆ ਰਹੀ, 2017 ਤੋਂ ਬਾਅਦ ਹੀ ਇਹ ਧੜੇਬੰਦੀ ਜਿਹੜੀ ਬਣਾਈ ਹੋਈ ਹੈ। ਜਿਹੜੇ ਸਾਡੇ ਐਕਸ ਪੰਜਾਬ ਪ੍ਰਧਾਨ ਸੀ ਸ਼ਵੇਤ ਮਲਿਕ ਜੀ, ਇਹ ਧੜੇਬਾਜ਼ੀ ਉਦੋਂ ਦੀ ਚਾਲੂ ਹੋ ਗਈ ਹੈ। ਇਹਨਾਂ ਨੇ 2 ਸਾਲ ਪਹਿਲੇ, ਜਿਹੜੇ ਪੂਰੇ ਪੰਜਾਬ ਪ੍ਰਧਾਨ ਸੀ ਸਾਡੇ, ਅੱਜ ਤੋਂ 3 ਸਾਲ ਪਹਿਲੇ ਜਦੋਂ ਬਣੇ ਸੀ, ਗੁੱਟਬਾਜੀ ਤਾਂ ਉਦੋਂ ਹੀ ਬਹੁਤ ਜ਼ਿਆਦਾ ਵੱਧ ਗਈ ਸੀ। ਉਹਨਾਂ ਨੇ ਦੇਖੋ ਅਨਿਲ ਜੋਸ਼ੀ ਜੀ ਦੀ ਫੋਟੋਆਂ ਪਾਣੀਆਂ, ਆਪਣੇ ਪੋਸਟਰਾਂ ਤੋਂ ਫੋਟੋਆਂ ਹਟਾਤੀਆਂ। ਜਿਹੜਾ ਕਾਰਜਕਰਤਾ ਜੋਸ਼ੀ ਜੀ ਵੱਲ ਜਾਂਦਾ ਸੀ ਉਹਦਾ ਬਾਈਕਾਟ ਕਰਨਾ ਸ਼ੁਰੂ ਕਰਤਾ, ਉਹਦਾ ਖੰਨਾ ਸਮਾਰਕ ਦੇ ਵਿੱਚ ਐਂਟਰੀ ਬੈਨ ਕਰਤੀ। ਕਿਉਂ? ਇਹਦਾ ਕਾਰਨ ਦੱਸਿਆ ਜਾਵੇ। ਅੱਜ ਗੁੱਟਬਾਜੀ ਨਜ਼ਰ ਆ ਰਹੀ ਹੈ, ਉਸਲੇ ਗੁੱਟਬਾਜੀ ਨਜ਼ਰ ਨਹੀਂ ਸੀ ਆ ਰਹੀ। ਜੋਸ਼ੀ ਜੀ ਕਿੱਥੋਂ ਦੇ ਹੀ? ਕਾਂਗਰਸ ਦੇ ਲਿਆਜ਼ਾਲ ਖੇਤੀ ਬਿੱਲ ਦੇ ਉੱਤੇ ਤੇ ਪਾਰਟੀ ਪਹਿਲਾਂ ਬੈਕਫੁੱਟ ਤੇ ਹੋਈ ਪਈ ਹੈ ਤੇ 2022 ਦੇ ਵਿੱਚ ਇਸ ਧੜੇਬੰਦੀ ਦਾ ਪਾਰਟੀ ਨੂੰ ਨੁਕਸਾਨ ਹੁੰਦਾ ਨਜ਼ਰ ਨਹੀਂ ਆ ਰਿਹਾ। ਉਹੀ ਤਾਂ ਅਸੀਂ ਪੁੱਛ ਰਹੇ ਹਾਂ, ਪਾਰਟੀ ਕਿਸ ਤਰ੍ਹਾਂ ਕਹਿ ਰਹੀ ਹੈ ਕਿ ਅਸੀਂ 117 ਸੀਟਾਂ ਲੜਾਂਗੇ। ਜੇ 117 ਸੀਟਾਂ ਲੜਾਂਗੇ ਤੇ ਫਿਰ ਕੁਝ ਬਾਹਰ ਆ ਕੇ ਕਰਨ ਨਾ, ਬਾਹਰ ਜਾ ਕੇ ਦਿਖਾਣ, ਜਨਤਾ ਵਿੱਚ ਜਾ ਕੇ ਦਿਖਾਣ, ਜਨਤਾ ਵਿੱਚ ਜਾ ਕੇ ਗੱਲ ਕਰੋ ਨਾ। ਤਾਂ ਆਫਿਸ 'ਚ ਬਹਿ ਕੇ ਕਹਿ ਰਹੇ ਹੋ ਆਪਾਂ 117 ਸੀਟਾਂ ਲੜਾਂਗੇ, ਬਹਿ ਕੇ ਬੜਾ ਆਸਾਨ ਹੈ। ਕੁਝ ਦਿਨ ਪਹਿਲੇ ਸਾਡੇ ਇੱਕ ਹੈਗੇ ਸੀਨੀਅਰ ਲੀਡਰ ਹੀ ਹੈ ਸਾਡੇ, ਉਹਨਾਂ ਨੇ ਬੜੀ ਗਲਤ ਸ਼ਬਦਾਵਲੀ ਦੇ ਵਿੱਚ ਜੋਸ਼ੀ ਜੀ ਦੇ ਬਾਰੇ ਆਪਣਾ ਵੀਡੀਓ ਪਾਈ ਹੈ। ਔਰ 'ਚ ਤੁਸੀਂ ਉਹਨਾਂ ਦੀ ਮਾਨਸਿਕਤਾ ਦੇਖ ਸਕਦੇ ਹੋ ਕਿ ਕਿਸ ਲੈਵਲ ਦੀ ਮਾਨਸਿਕਤਾ ਉਹਨਾਂ ਦੀ, ਉਹਨਾਂ ਦੇ ਦਿਲ 'ਚ, ਦਿਮਾਗ 'ਚ ਕਿੰਨਾ ਜ਼ਹਿਰ ਭਰਿਆ ਹੋਇਆ ਹੈ। ਉਹ ਕਿਸ ਤਰ੍ਹਾਂ ਬੋਲ ਰਹੇ ਆ। 10 ਦਿਨ ਪਹਿਲੇ ਕੋਈ ਬੰਦਾ ਆਉਂਦਾ, ਚਪੇੜ ਮਾਰ ਕੇ ਗਾਂਹ ਕਰ ਦਿੰਦਾ ਤੇ ਜਿੱਤ ਕੇ ਲੈ ਜਾਂਦਾ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਉਹ ਜੇ ਉਹਨਾਂ ਦਾ ਜਿਹੜਾ ਬੌਸ ਹੈ, ਉਹ ਮੇਅਰ ਬਣਨ ਤੋਂ ਬਾਅਦ ਪਾਰਸ਼ਦ ਦਾ ਇਲੈਕਸ਼ਨ ਹਾਰ ਗਏ, ਉਹਨਾਂ ਨੂੰ ਕਿੰਨੀਆਂ ਕੁ ਚਪੇੜਾਂ ਵੱਜੀਆਂ, ਇਹ ਵੀ ਦੱਸੋ। ਉਹਨਾਂ ਦਾ ਕਹਿਣਾ ਕਿ ਅਨਿਲ ਜੋਸ਼ੀ ਇੱਕ ਹੰਕਾਰਿਆ ਨੇਤਾ ਸੀ, ਆਪਣੇ ਹੰਕਾਰ ਦੇ ਕਰਕੇ ਹਾਰਿਆ। ਉਹ ਕਹਿ ਰਹੇ ਨਾ ਹੰਕਾਰਿਆ ਨੇਤਾ ਸੀ। ਹੰਕਾਰਿਆ ਨੇਤਾ ਹੁੰਦੇ ਤੇ ਦੂਸਰੀ ਵਾਰ ਨਹੀਂ ਜਿੱਤਦੇ। ਉਹ 2 ਵਾਰੀ ਆਪਣੇ ਵਿਧਾਇਕ ਰਹੇ ਨੇ, ਪਾਰਟੀ ਨੇ ਉਹਨਾਂ ਨੂੰ ਆਪਣਾ ਮੰਤਰੀ ਬਣਾਇਆ, ਕੈਬਨਿਟ ਮੰਤਰੀ ਬਣਾਇਆ ਹੈ। ਹੰਕਾਰੇ ਬੰਦੇ ਨੂੰ ਇੰਨਾ ਮਾਨ ਸਨਮਾਨ ਨਹੀਂ ਮਿਲਦਾ। ਔਰ ਹੰਕਾਰੇ ਦੀ ਗੱਲ ਕਰਦੇ ਹੋ ਤੁਸੀਂ, ਹਲਕੇ 'ਚ ਜਾ ਕੇ ਦੇਖੋ, ਹਲਕੇ ਵਾਲਿਆਂ ਨੂੰ ਪੁੱਛ ਕੇ ਦੇਖੋ। ਅੱਜ ਵੀ ਲੋਕੀ ਯਾਦ ਕਰਦੇ ਜੋਸ਼ੀ ਜੀ ਨੂੰ, ਉਹਨਾਂ ਦੇ ਕੀਤੇ ਕੰਮ ਨੂੰ ਯਾਦ ਕਰਦੇ ਆ। ਇਹ ਕਹਿੰਦੇ ਸੀ ਇਕੱਲੇ ਸ਼ਹਿਰਾਂ ਟੈਲਾਂ ਲਵਾਤੀਆਂ। ਮੈਂ ਉਹੀ ਕਹਿਣਾ ਪਿਆ ਕਿ ਆਪਣਾ ਅੱਖਾਂ ਖੋਲੋ। ਉਹ ਕਹਿੰਦੇ 2022 ਦੇ ਇਲੈਕਸ਼ਨ ਤੋਂ ਬਾਅਦ ਅਨਿਲ ਜੋਸ਼ੀ ਤਰਨਤਾਰਨ ਤੋਂ ਆਏ ਸਨ ਤੇ ਤਰਨਤਾਰਨ ਅਸੀਂ ਵਾਪਸ ਭੇਜ ਦੇਣਾ। ਚਲੋ ਉਹ ਤਾਂ ਵਕਤ ਦੱਸੇਗਾ ਨਾ ਕੌਣ ਜਾਂਦਾ ਵਾਪਸ। ਟਿਕਟ ਇਹਨਾਂ ਨੇ ਦੇਣੀ ਹੈ, ਜਿਹੜੇ ਬਿਆਨਬਾਜ਼ੀ ਕਰ ਰਹੇ ਆ ਇਹਨਾਂ ਨੂੰ ਆਪਣੀ ਟਿਕਟ ਨਹੀਂ ਪਤਾ ਹਾਲੇ ਫਾਈਨਲ ਹੈਗੀ ਕਿ ਨਹੀਂ ਹੈਗੀ, ਕਿ ਜੋ ਮਰਜ਼ੀ ਕਹੀ ਜਾਣ। ਇਹ ਕਹਿ ਰਹੇ ਕਿ ਸਾਰੇ ਸ਼ਹਿਰ ਟੈਲਾਂ ਲਵਾਤੀਆਂ, ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਿਆ। ਕੰਪਨੀ ਬਾਗ ਦੇਖੋ ਅੱਜ ਜਾ ਕੇ ਕੀ ਹਾਲਤ ਬਣੀ ਪਈ ਕੰਪਨੀ ਬਾਗ ਦੀ। ਉਸ ਟਾਈਮ ਤੇ ਲੋਕੀ ਕੰਪਨੀ ਬਾਗ ਜਾਂਦੇ ਸੀ, ਬੱਚੇ ਕੰਪਨੀ ਬਾਗ ਜਾਂਦੇ ਸੀ, ਮਿਊਜ਼ਿਕ ਸਿਸਟਮ ਚੱਲਦਾ ਸੀ, ਲੇਜ਼ਰ ਸ਼ੋਅ ਚੱਲਦੇ ਸੀ। ਅੱਜ ਚੱਲਦੇ ਆ? ਅੱਜ ਮਿਊਜ਼ਿਕ ਸਿਸਟਮ ਚੱਲਦਾ ਪਿਆ ਕੋਈ? ਉੱਥੇ ਕੀ ਕੰਡੀਸ਼ਨ ਹੈ? ਸੜਕਾਂ ਦਾ ਹਾਲ ਦੇਖੋ। ਅੱਜ 4.5 ਸਾਲ ਬੀਤ ਗਏ ਆ, ਸਰਕਾਰ ਨੂੰ ਵੀ ਯਾਦ ਆ ਗਿਆ ਕਿ ਸੜਕਾਂ ਬਣਾ ਦਈਏ। ਕਿਉਂ ਬਣਾਉਂਦੇ ਪਏ ਆ? ਆਪਣੇ ਲਈ ਸੜਕਾਂ ਬਣਾਉਣ ਡਏ ਆ, ਕਿਉਂਕਿ ਉਹਨਾਂ ਨੇ ਜਨਤਾ ਦੇ ਘਰ ਘਰ ਤੱਕ ਜਾਣਾ ਹੈ ਵੋਟ ਮੰਗਣ ਲਈ। ਕਿਹੜੇ ਮੂੰਹ ਨਾਲ ਜਾਣਗੇ? ਸੜਕਾਂ ਬਣਾਉਣੀਆਂ ਪੈਣੀਆਂ ਉਹਨਾਂ ਨੂੰ, ਇਸ ਲਈ ਜਾ ਰਹੇ। ਜਨਤਾ ਅਸੀਂ ਸੜਕਾਂ ਨਹੀਂ ਬਣਾ ਰਹੇ।
ਇਹ ਤਾਂ ਵਕਤ ਦੱਸੇਗਾ ਹਲਕੇ ਦੇ ਲੋਕ ਕਿੰਨਾ ਪਛਤਾਉਂਦੇ ਪਏ ਆ ਜੋਸ਼ੀ ਨੂੰ ਗਵਾ ਕੇ। ਔਰ ਪੂਰੇ ਜੋਰਾਂ ਸ਼ੋਰਾਂ ਨਾਲ ਜੋਸ਼ੀ ਜੀ ਜਿੱਤਣਗੇ। ਚੈਲੰਜ ਕਰਨ ਵਾਲੇ ਬੱਲੇ ਇਹ ਸੋਚਣ ਕਿ ਤੁਹਾਡਾ ਲੈਵਲ ਕੀ ਹੈ, ਤੁਸੀਂ ਕਿਹਨੂੰ ਚੈਲੰਜ ਕਰਦੇ ਪਏ ਹੋ। ਆਪਣਾ ਲੈਵਲ ਤਾਂ ਦੇਖੋ। ਜੋਸ਼ੀ ਜੀ ਤੁਹਾਨੂੰ ਇਹ ਗੱਲਾਂ ਦਾ ਜਵਾਬ ਨਹੀਂ ਦੇ ਸਕਦੇ। ਜਿੱਤਣਗੇ ਕਿਹੜੀ ਪਾਰਟੀ ਤੋਂ? ਉਹਨਾਂ ਦਾ ਇਹ ਕਹਿਣਾ ਕਿ ਬੀਜੇਪੀ ਨੂੰ ਟਿਕਟ ਨਹੀਂ ਦੇਣੀ ਇਹਨੇ ਜੋਸ਼ੀ। ਇਹ ਤਾਂ ਦੇਖੋ ਉਹ ਉਹਨਾਂ ਦੀ ਲੈਵਲ ਦੀਆਂ ਗੱਲਾਂ ਨੇ। ਹਾਈ ਲੈਵਲ ਉੱਪਰਲੇ ਲੈਵਲ ਸੋਚਣਗੇ ਕਿ ਕਿਹਦੇ ਵੱਲੋਂ ਲੜਨਾ, ਕਿਸ ਤਰ੍ਹਾਂ ਕਰਨਗੇ। ਅਸੀਂ ਪੂਰੇ ਜ਼ੋਰ ਸ਼ੋਰ ਨਾਲ ਜੋਸ਼ੀ ਦੇ ਨਾਲ ਆ, ਨਾਲ ਸੀ ਉਹ ਨਾਲ ਰਹਾਂਗੇ। ਸਾਨੂੰ ਕੋਈ ਗਿਲਾ ਨਹੀਂ ਹੈਗਾ ਕਿ ਬਈ ਇਹਨਾਂ ਨੇ ਸਾਨੂੰ ਜੋਸ਼ੀ ਜੀ ਕਰਕੇ ਸਾਨੂੰ ਟੀਮ ਚੋਂ ਕੱਢ ਦਿੱਤਾ। ਧੜੇਬਾਜ਼ੀ ਦਾ ਆਪ ਬਣਾਉਂਦੇ ਪਏ ਆ। ਜੋਸ਼ੀ ਜੀ ਕਰਕੇ ਸਾਨੂੰ ਕਿਉਂ ਕੱਢਿਆ ਵਾ? ਦੱਸੋ ਨਾ ਸਾਨੂੰ। ਅਸੀਂ ਪਾਰਟੀ ਵਿਰੋਧੀ ਕਿਹੜੀ ਪੋਸਟ ਪਾਈ ਹੈ? ਅਸੀਂ ਤਾਂ ਪਾਰਟੀ ਪਿੱਛੇ ਫੇਸਬੁੱਕ ਤੇ ਹਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਲੋਕਾਂ ਨਾਲ ਬਹਿਸ ਕਰੀਦੀ ਹੈ। ਲੜਾਈਆਂ ਤੱਕ ਸਾਡੇ ਮੁੱਲ ਪੈ ਗਈਆਂ। ਸਾਨੂੰ ਲੋਕੀ ਚੈਲੰਜ ਕਰਦੇ ਨੇ ਕਿ ਆਓ ਜੀ ਇੱਥੇ ਆਜਾ ਫਲਾਣਾ ਮਿਲਣਾ ਕਰ ਲੈ। ਤੁਸੀਂ ਕਹਿੰਦੇ ਵੀ ਪਾਰਟੀ ਵਿਰੋਧੀ ਪੋਸਟਾਂ ਪਾਈਆਂ। ਇਹ ਤਾਂ ਐਵੇਂ ਜੋ ਮਰਜ਼ੀ ਕਹੀ ਜਾਣ, ਪਾਰਟੀ ਵਿਰੁੱਧ ਪੋਸਟਾਂ ਪਾਈਆਂ। ਅਸੀਂ ਤਾਂ ਪਾਰਟੀ ਦੀ, ਅਸੀਂ ਸਾਡੇ ਖੂਨ 'ਚ ਬੀਜੇਪੀ ਆ। ਅਸੀਂ ਪਾਰਟੀ ਦੇ ਸਮਰਥਕ ਹਾਂ। ਇਹਨਾਂ ਦੇ ਕਹਿਣ ਨਾਲ ਨਹੀਂ ਹੈ। ਇਹਨਾਂ ਨੇ ਇੱਕ ਮਾਹੌਲ ਬਣਾਤਾ ਹੈ ਕਿ ਕਿਸੇ ਤਰੀਕੇ ਜੋਸ਼ੀ ਦਾ ਇੱਥੋਂ ਸਫਾਇਆ ਕਰੀਏ, ਅਸੀਂ ਆਪਣਾ ਸੀਟ ਨੂੰ ਫੜੀਏ। ਇਹਨਾਂ ਨੇ, ਤੁਹਾਨੂੰ ਪਤਾ 2017 ਦੇ ਇਲੈਕਸ਼ਨਾਂ 'ਚ ਕੀ ਹੋਇਆ ਸੀ? ਇਹਨਾਂ ਨੇ ਪਾਰਟੀ 'ਚ ਰਹਿ ਕੇ ਪਹਿਲੇ ਤਾਂ ਇਹਨਾਂ ਨੇ ਦਿੱਲੀ ਜਾ ਕੇ ਬਹਿ ਗਏ ਕਿ ਜੋਸ਼ੀ ਜੀ ਨੂੰ ਟਿਕਟ ਨਾ ਮਿਲੇ ਕਿਸੇ ਤਰੀਕੇ। ਜਦੋਂ ਉੱਥੇ ਜ਼ੋਰ ਨਹੀਂ ਚੱਲਿਆ, ਪਾਰਟੀ ਨੇ ਟਿਕਟ ਦੇ ਭੇਜੀ। ਫਿਰ ਇਹਨਾਂ ਨੇ ਪਾਰਟੀ ਦੇ ਵਿੱਚ ਹੀ ਰਹਿ ਕੇ ਪਾਰਟੀ ਦੀ ਗੱਦਾਰੀ ਕੀਤੀ। ਮੈਂ ਗੱਦਾਰੀ ਕਹਾਂਗਾ ਕਿਉਂਕਿ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਵਿਰੁੱਧ ਵੋਟਾਂ ਪਾਈਆਂ। ਕਿਉਂਕਿ ਉੱਥੇ ਵੀ ਤੁਹਾਨੂੰ ਆਪਣੀ ਕੁਰਸੀਆਂ ਨਜ਼ਰ ਆਉਣ ਰਹੀਆਂ। ਅੱਜ ਵੀ ਖੇਤੀ ਕਾਨੂੰਨਾਂ ਦੇ ਬਾਰੇ 'ਚ ਨਹੀਂ ਬੋਲਦੇ ਪਏ, ਕੁਰਸੀਆਂ ਦੇ ਡਰ ਨਾਲ ਬੋਲਦੇ ਪਏ ਨਹੀਂ। ਕੁਰਸੀਆਂ ਦੇ ਡਰ ਕਰਕੇ ਨਹੀਂ ਬੋਲਦੇ ਕਿਉਂਕਿ ਉਹਨੂੰ ਪਤਾ ਜੇ ਆਪਾਂ ਬੋਲਾਂਗੇ ਤੇ ਉੱਪਰਲੀ ਟੀਮ ਨੇ ਸਾਨੂੰ ਕਹਿਣਾ ਕਿ ਤੁਸੀਂ ਪੰਜਾਬ 'ਚ ਕੀ ਕਰਦੇ ਪਏ ਹੋ। ਇਸ ਕਰਕੇ ਉਹ ਚੁੱਪ ਕਰਕੇ ਲੋਕਾਂ ਨੂੰ ਆਪਣੀ ਮੀਟਿੰਗਾਂ ਕਰੀ ਜਾਣ ਦੇ, ਕਮਰੇ 'ਚ ਬਹਿ ਕੇ ਵਰਚੁਅਲ ਮੀਟਿੰਗਾਂ ਕਰ ਰਿਹਾ। ਜੋਸ਼ੀ ਜੀ ਦੇ ਡਿਬੇਟ ਤੋਂ ਬਾਅਦ ਕਿ ਪੂਰੇ ਪੰਜਾਬ ਵਾਲਿਆਂ ਨੂੰ ਭਸੂੜੀ ਪੈ ਗਈ ਹੈ, ਉੱਪਰ ਥੱਲੇ ਭਾਜੜਾਂ ਪੈ ਗਈਆਂ। ਕਦੀ ਅੰਮ੍ਰਿਤਸਰ ਜਾ ਰਹੇ ਆ, ਕਦੀ ਉੱਥੇ ਜਾ ਰਹੇ ਆ। ਪਹਿਲੇ ਸੁੱਤੇ ਹੋਏ ਸੀ। ਪਹਿਲੇ ਕਿਉਂ ਨਹੀਂ ਮੀਟਿੰਗਾਂ ਹੋਣੀਆਂ ਕਿਸਾਨਾਂ ਨਾਲ? ਹੁਣ ਕਿਉਂ ਸ਼ੁਰੂ ਹੋ ਗਈਆਂ? ਦੇਣ ਨਾ ਜਵਾਬ ਉਹਦਾ ਦੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ। ਤੁਸੀਂ ਬੀਜੇਪੀ ਓਬੀਸੀ ਸੈੱਲ ਦੇ ਵਿੱਚ ਸਕੱਤਰ ਦੇ ਅਹੁਦੇ ਤੇ ਕੰਮ ਕਰ ਰਹੇ ਸੀ। ਤੁਹਾਨੂੰ ਕੁਝ ਦਿਨ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ। ਕੀ ਕਾਰਨ ਬਰਖਾਸਤ ਕਰ ਲਿਆ? ਬੜਾ ਹੀ ਦੁੱਖ ਲੱਗਾ ਕਿ ਜਿੱਦਣ ਮੈਂ ਅਖਬਾਰ ਪੜ੍ਹੀ ਉਹਦੇ 'ਚ ਲਿਖਿਆ ਜੀ ਆਈਟੀ ਸੈੱਲ ਜਿਹੜਾ ਵਾ ਭੰਗ ਕਰ ਦਿੱਤਾ ਗਿਆ ਤੇ ਨਾਲ ਹੀ ਲਿਖਿਆ ਜੀ ਸੁਨੀਲ ਲੁਥਰਾ ਜੀ ਨੂੰ ਵੀ ਪਦ ਮੁਕਤ ਕੀਤਾ ਗਿਆ। ਮੈਂ ਤੁਹਾਨੂੰ ਅੱਜ ਕਲੀਅਰ ਕਰਨਾ ਚਾਹਾਂਗਾ ਕਿ ਚਲੋ ਪੇਪਰ ਦੇ ਵਿੱਚ ਜਿਹੜਾ ਆਇਆ ਵਾ, ਜਨਤਾ ਨੇ ਉਸ ਖਬਰ ਨੂੰ ਵੇਖਿਆ। ਮੈਂ ਇਹ ਜਿਹੜਾ ਮੈਟਰ ਸੀ ਇਹ ਕਮ ਸੇ ਕਮ 10-11 ਦਿਨਾਂ ਤੋਂ ਇਹ ਮੈਟਰ ਚੱਲ ਰਿਹਾ ਸੀ। ਮੈਟਰ ਕੁਝ ਵੀ ਨਹੀਂ ਸੀ ਜੀ। ਮੈਟਰ ਇਹ ਹੈਗਾ ਸੀ ਜੀ, ਇੱਕ ਇਹਨਾਂ ਨੇ ਨਾ ਗਰੁੱਪ ਬਣਾਇਆ, ਗਰੁੱਪ ਦੇ ਵਿੱਚੋਂ ਮੈਨੂੰ ਲੈਫਟ ਕਰਤਾ। ਤੇ ਮੈਂ ਇਹਨਾਂ ਨੂੰ ਇੰਨਾ ਹੀ ਪੁੱਛਿਆ ਜੀ ਗਰੁੱਪ ਤੋਂ ਲੈਫਟ ਕਰਨ ਦਾ ਕਾਰਨ ਕੀ ਹੈ? ਇਹ ਕਹਿੰਦੇ ਜੀ ਤੁਸੀਂ ਉਹ 'ਚ ਗੁੱਡ ਮਾਰਨਿੰਗ ਪਾਈਏ। ਮੈਂ ਕਿਹਾ ਜੀ ਮੈਂ ਗੁੱਡ ਮਾਰਨਿੰਗ ਪਾਈਏ, ਮੈਂ ਲਾਹਨਤਾਂ ਕਿਸੇ ਨੂੰ ਪਾਈਆਂ ਹੀ ਨਹੀਂ। ਸਵੇਰੇ ਉੱਠ ਕੇ ਬੰਦਾ ਗੁੱਡ ਮਾਰਨਿੰਗ ਪਾਉਂਦਾ, ਕੋਈ ਰਾਮ ਰਾਮ ਪਾਉਂਦਾ, ਕੋਈ ਸਤਿ ਸ਼੍ਰੀ ਅਕਾਲ ਪਾਉਂਦਾ। ਹਰ ਇੱਕ ਧਰਮ ਦਾ ਬੰਦਾ ਆਪਣੇ ਤਰੀਕੇ ਨਾਲ ਸਾਰਿਆਂ ਨੂੰ ਸਵੇਰੇ ਉੱਠ ਕੇ ਪ੍ਰਣਾਮ ਕਰਦਾ। ਤੇ ਮੈਟਰ ਉਹਦਾ ਐਕਚੁਅਲੀ ਗੁੱਡ ਮਾਰਨਿੰਗ ਦਾ ਮੈਟਰ ਨਹੀਂ। ਉਸ ਤੋਂ ਬਾਅਦ ਵੀ ਇਹਨਾਂ ਨੇ ਬੜਾ ਕੁਝ ਗਰੁੱਪ ਦੇ ਵਿੱਚ ਪਾਇਆ। ਤੇ ਮੈਟਰ ਜਿਹੜਾ 10-11 ਦਿਨਾਂ ਤੋਂ ਜਿਹੜਾ ਮੈਟਰ ਚੱਲ ਰਿਹਾ ਸੀ, ਉਸ ਤੋਂ ਪਹਿਲੇ ਇੱਕ ਚੰਡੀਗੜ੍ਹ ਮੀਟਿੰਗ ਹੋਈ ਸੀ। ਉਹਦੇ 'ਚ ਵੀ ਮੈਨੂੰ ਕੋਈ ਮੈਸੇਜ ਨਹੀਂ ਗਿਆ। ਜਦ ਇਹਨਾਂ ਨਾਲ ਮੈਂ ਗੱਲ ਕੀਤੀ ਕਿ ਤੁਸੀਂ ਮੈਨੂੰ ਮੈਸੇਜ ਕਿਉਂ ਨਹੀਂ ਭੇਜਿਆ, ਤੇ ਇੱਕ ਝੂਠ ਦੇ ਨਾਲ ਪੰਜਾਬ ਦੇ ਜਿਹੜੇ ਵਾਈਸ ਪ੍ਰਧਾਨ ਨੇ ਤਰੁਣ ਜੱਸੀ ਜੀ, ਉਹਨਾਂ ਨੇ ਇੱਕ ਝੂਠ ਦੇ ਨਾਲ ਕੋਈ 10 ਝੂਠ ਬੋਲੇ। ਐਂਡ ਉਹਨਾਂ ਦਾ ਜਿਹੜਾ ਝੂਠ ਦਾ ਜਿਹੜਾ ਉਹਨਾਂ ਦਾ ਇੱਕ ਉਹਨਾਂ ਨੇ ਸਭ ਤੋਂ ਵੱਡਾ ਝੂਠ ਬੋਲਿਆ ਤੇ ਮੈਨੂੰ ਕਿਹਾ ਜੀ ਪਾਰਟੀ ਨੇ ਸਿਰਫ ਉੱਥੇ ਸਰਦਾਰ ਹੀ ਸੱਦੇ ਸੀ। ਮੈਂ ਕਿਹਾ ਜੀ ਅਸੀਂ ਇੰਨੀ ਦੇਰ ਤੋਂ ਪਾਰਟੀ ਦਾ ਕੰਮ ਕਰ ਰਹੇ ਹਾਂ ਤੇ ਸਬਕਾ ਸਾਥ ਸਬਕਾ ਵਿਕਾਸ ਸਾਡੇ ਨਰਿੰਦਰ ਮੋਦੀ ਜੀ ਕਹਿੰਦੇ ਨੇ, ਤੇ ਤੁਸੀਂ ਕਹਿਤਾ ਜੀ ਪਾਰਟੀ ਨੇ ਇਕੱਲੇ ਸਰਦਾਰ ਹੀ ਸੱਦੇ ਸੀ। ਮੈਂ ਤਾਂ ਬਰਖਾਸਤ ਕਰਨ ਦਾ ਕਾਰਨ ਕੀ ਸੀ? ਕਾਰਨ ਤੇ ਅੱਜ ਤੱਕ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ। ਕਾਰਨ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 10 ਦਿਨ ਤੋਂ ਮੈਟਰ ਚੱਲ ਰਿਹਾ ਸੀ। ਇਹ ਸਾਨੂੰ ਕਹਿੰਦੇ ਸੀ ਕਿ ਤੁਸੀਂ ਸੈਂਟਰ ਹਲਕੇ 'ਚ ਟੀਮਾਂ ਬਣਾਓ, ਹਰ ਇੱਕ ਬੰਦੇ ਦਾ 2-2000 ਰੁਪਇਆ ਮਹੀਨਾ ਲਵੋ ਤੇ 1.5-2 ਲੱਖ ਰੁਪਇਆ ਇਕੱਠਾ ਕਰਕੇ ਖਾਤੇ 'ਚ ਜਮ੍ਹਾਂ ਕਰਾਓ। ਇਸ ਆਵਾਜ਼ ਨੂੰ ਮੈਂ ਚੁੱਕਿਆ। ਮੈਂ ਪੰਜਾਬ ਪ੍ਰਧਾਨ ਨਾਲ ਗੱਲ ਕੀਤੀ। ਪੰਜਾਬ ਪ੍ਰਧਾਨ ਜੀ ਕਹਿੰਦੇ ਜੀ ਥੱਲੜੇ ਲੈਵਲ ਤੇ ਗੱਲ ਕਰੋ। ਜਿਹੜੇ ਪੰਜਾਬ ਦੇ ਮਹਾਂ ਮੰਤਰੀ ਕੰਵਰਵੀਰ ਮੰਜਲ ਜੀ, ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਸਾਫ਼ ਇਨਕਾਰ ਕਰਤਾ ਕਿ ਇਹ ਮੇਰੇ ਹੱਦ ਦੇ ਵਿੱਚ ਨਹੀਂ ਆਉਂਦਾ। ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕੋਈ ਥਾਣੇ ਦਾ ਮੈਟਰ ਨਹੀਂ ਕੋਈ ਤੁਹਾਨੂੰ ਕਹਿ ਰਿਹਾ ਜਿਹੜੀ ਥਾਣਾ ਜਿਹੜਾ ਤੁਹਾਡੇ ਹੱਥ 'ਚ ਨਹੀਂ ਆਉਂਦਾ। ਮੈਂ ਪੰਜਾਬ ਦੇ ਲੈਵਲ ਦੀ ਗੱਲ ਹੈ ਜਿਹੜੀ ਇਹ ਕਿ ਇਹ ਪੈਸੇ ਦੀ ਗਰਾਈ ਜਿਹੜੀ ਇਹਨਾਂ ਨੇ ਮੈਨੂੰ ਕਿਹਾ ਅੰਮ੍ਰਿਤਸਰ ਸੈਂਟਰਲ ਹਲਕੇ 'ਚੋਂ ਕਰਨ ਨੂੰ, ਇਹ ਕਿੱਥੋਂ ਗਰਾਈ ਕਰ ਰਹੇ ਹੋਣਗੇ ਆ। ਇਸ ਕਰਕੇ ਦੁਬਾਰਾ ਫਿਰ ਉਹਨਾਂ ਨਾਲ ਮੇਰੀ ਗੱਲ ਹੋਈ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਮੈਂ ਪੰਜਾਬ ਪ੍ਰਧਾਨ ਜੀ ਨਾਲ ਗੱਲ ਕਰਾਂਗਾ। ਫਿਰ ਉਹਨਾਂ ਨੇ ਪੰਜਾਬ ਪ੍ਰਧਾਨ ਜੀ ਨਾਲ ਗੱਲ ਕੀਤੀ। ਪਤਾ ਨਹੀਂ ਅੰਮ੍ਰਿਤਸਰ ਕਿਹੜੇ ਬੰਦੇ ਨੂੰ ਉਹਨਾਂ ਨੇ ਫੋਨ ਕੀਤਾ ਤੇ ਸਾਡੇ ਇੱਕ ਸੀਨੀਅਰ ਬੀਜੇਪੀ ਦੇ ਲੀਡਰ ਨੇ, ਉਹਨਾਂ ਦਾ ਮੈਨੂੰ ਫੋਨ ਆਇਆ ਤੇ ਮੈਨੂੰ ਕਹਿੰਦੇ ਜੀ ਕੋਈ ਆਪਣੇ ਜਿਹੜੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਡਾਕਟਰ ਰਾਮ ਚਾਵਲਾ ਜੀ, ਉਹਨਾਂ ਨੇ ਗੱਲ ਕਰਨੀ ਹੈ, ਤੁਸੀਂ ਆਓ। ਮੈਂ ਜਦੋਂ ਉੱਥੇ ਗਿਆ
ਤੇ ਉਹਨਾਂ ਨੂੰ ਮੈਂ ਪੁੱਛਿਆ, ਉਹਨਾਂ ਨੇ ਮੈਨੂੰ ਪੁੱਛਿਆ ਕੀ ਮੈਟਰ ਹੈ। ਮੈਂ ਕਿਹਾ ਜੀ ਮੈਟਰ ਇਸ ਤਰ੍ਹਾਂ ਹੈ ਕਿ ਮੈਨੂੰ 2000 ਰੁਪਇਆ ਮਹੀਨਾ ਜਿਹੜਾ ਮੰਗ ਰਹੇ ਨੇ ਕਿ ਟੀਮਾਂ ਬਣਾਓ, ਮੰਡਲ ਪ੍ਰਧਾਨ ਬਣਾਓ, ਉਹਨਾਂ ਦੀਆਂ ਥੱਲੇ ਟੀਮਾਂ ਬਣਾਓ, ਪੈਸਾ ਇਕੱਠਾ ਕਰਕੇ ਦਿਓ ਤੇ ਅਸੀਂ ਖਾਤਿਆਂ 'ਚ ਜਮ੍ਹਾਂ ਕਰਾਣੇ ਨੇ, ਪੈਸੇ ਅਸੀਂ ਇਕੱਠੇ ਕਰਨੇ ਨੇ। ਤੇ ਮੇਰੀ ਇਹਨਾਂ ਕੋਲ ਇਹੋ ਹੀ ਮੰਗ ਸੀ ਜੀ, ਇੰਨੇ ਪੈਸੇ ਤੁਸੀਂ ਕਾਹਦੇ ਇਕੱਠੇ ਕਰਨੇ ਨੇ। ਐਕਚੁਅਲੀ ਇਹਨਾਂ ਦੀ ਸੋਚ ਹੀ ਕਿ ਅਸੀਂ ਸੈਂਟਰ ਹਲਕੇ ਦੀ ਜਿਹੜੀ ਟੀਮ ਹੈ, ਸਭ ਤੋਂ ਪਹਿਲਾਂ ਇਹਨਾਂ ਨੇ ਆਪਣੇ ਸ਼ੇਖ ਲੂਥਰਾ ਜੀ ਹੈ, ਫਿਰ ਧਰਮਵੀਰ ਬਾਵਾ ਹੋ ਗਿਆ, ਫਿਰ ਇਹਨਾਂ ਨੇ ਮੇਰੇ ਤੇ ਐਕਸ਼ਨ ਲਿੱਤਾ, ਫਿਰ ਹੁਣ ਇਹਨਾਂ ਨੇ ਆਪਣੇ ਜਿਹੜੇ ਜ਼ਿਲ੍ਹੇ ਦੇ ਮਹਾਂਮੰਤਰੀ ਹੈ, ਮੈਂ ਉਹਨਾਂ ਤੱਕ ਵੀ ਆਵਾਜ਼ ਪਹੁੰਚਾਈ, ਵਿਸ਼ਾਲ ਸ਼ੂਰੀ ਜਿਹੜੇ OBC ਮੋਰਚਾ ਦੇ ਨੇ, ਉਹਨਾਂ ਨੇ ਕਿਹਾ ਕਿ ਤੇਰੀ ਇਹੀ ਆਵਾਜ਼ ਜਿਹੜੀ ਤੂੰ ਸਾਨੂੰ ਮੈਟਰ ਦੱਸਿਆ ਵਾ ਮੈਂ ਗੱਲ ਕਰਾਂਗਾ। ਉਹ ਵੀ ਪਾਰਟੀ ਦੇ ਅਹੁਦੇਦਾਰਾਂ ਨਾਲ ਗੱਲ ਕਰਦੇ ਰਹੇ, ਪਾਰਟੀ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ। ਤੇ ਅਖੀਰ ਜਦੋਂ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਜਿਹੜੇ ਆਪਣੇ ਸੁਰੇਸ਼ ਮਹਾਜਨ ਜੀ ਨੂੰ ਗੱਲ ਤੱਕ ਉਹਨਾਂ ਤੱਕ ਜਦੋਂ ਪਹੁੰਚੀ ਹੈ ਤੇ ਉਹਨਾਂ ਨੇ ਅਗਲੇ ਦਿਨ ਪਦ ਮੁਕਤ ਕਰਤਾ। ਕਿਤੇ ਇਸ ਕਾਂਡ ਦੇ ਵਿੱਚ ਹੋਰ ਵੀ ਬੰਦਿਆਂ ਦਾ ਨਾਂ ਨਾ ਆਵੇ ਤੇ ਪਾਰਟੀ ਦੀ ਬਦਨਾਮੀ ਹੋਵੇਗੀ। ਤੇ ਮੈਂ ਪਾਰਟੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਜਿਹੜੇ ਸਾਨੂੰ ਪਦ ਮੁਕਤ ਕੀਤਾ, ਲੋਕਾਂ ਕੋ ਕਹਿ ਰਹੇ ਹੋ ਕਿ ਕਿਸੇ ਇਕੱਲੇ ਵਿਅਕਤੀ ਵਿਸ਼ੇਸ਼ ਦਾ ਕੰਮ ਕਰ ਰਹੇ ਨੇ, ਤੁਸੀਂ ਜਿਹੜੇ ਅੰਦਰ ਬੈਠੀਆਂ ਜਿਹੜੀਆਂ ਸਿਉਂਕਾਂ ਨੇ ਤੁਸੀਂ ਉਹਨਾਂ ਨੂੰ ਦੇਖੋ ਤੇ ਪਾਰਟੀ ਨੂੰ ਬਚਾਉਣ ਦਾ ਕੰਮ ਕਰੋ। ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ ਤੇ ਪਾਰਟੀ ਦੇ ਨਾਲ ਹੀ ਰਵਾਂਗੇ। ਕਿਸ ਵਿਅਕਤੀ ਵਿਸ਼ੇਸ਼ ਦੀ ਗੱਲ ਕੀਤੀ ਗਈ ਉਹਨਾਂ ਵੱਲੋਂ ਪੇਪਰ 'ਚ ਦਿੱਤਾ ਗਿਆ ਕਿ ਇਹ ਅਨਿਲ ਜੋਸ਼ੀ ਦੀ ਜਿਹੜੀ ਪੋਸਟ ਹੈ ਉਹਦੇ ਵਾਸਤੇ ਇਹ ਕੰਮ ਕਰ ਰਹੇ ਨੇ, IT ਸੈੱਲ ਤੇ ਸੁਨੀਲ ਲੂਥਰਾ। IT ਸੈੱਲ ਦਾ ਮੈਟਰ ਕੋਈ ਹੋਰ ਸੀ ਤੇ ਮੇਰਾ ਕੋਈ ਮੈਟਰ ਹੋਰ ਸੀ। ਮੈਨੂੰ ਪਦ ਮੁਕਤ ਕਰਨ ਦਾ ਕਾਰਨ ਜਿਹੜੀ ਮੈਂ ਆਵਾਜ਼ ਉਠਾ ਰਿਹਾ। ਅਨਿਲ ਜੋਸ਼ੀ ਦਾ ਇਹ ਕਹਿਣਾ ਹੈ ਕਿ ਪਾਰਟੀ ਦੇ ਝੰਡੇ ਦੇ ਪਿੱਛੇ ਮੇਰੇ ਤੇ ਗੋਲੀਆਂ ਚੱਲੀਆਂ, ਮੈਂ ਆਪਣੀ ਗੱਡੀ ਤੱਕ ਛੁਡਵਾ ਲਈ, ਦਿਨ ਰਾਤ ਮੈਂ ਕੀਤਾ। ਫਿਰ ਅਨਿਲ ਜੋਸ਼ੀ ਤੋਂ ਜਿਹੜੀ BJP ਹੈ ਉਹਨਾਂ ਨੂੰ ਤਕਲੀਫ ਕੀ ਹੈ? ਦੇਖੋ ਜੀ, ਇਹ ਤੇ ਜ਼ਿਲ੍ਹਾ ਇਕਾਈ ਦੀ ਮੈਂ ਗੱਲ ਕਰ ਰਿਹਾ। ਜ਼ਿਲ੍ਹਾ ਇਕਾਈ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜੇ ਅਨਿਲ ਜੋਸ਼ੀ ਜੀ ਨੇ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਨੇ, 2 ਵਾਰ ਉਹ ਪੰਜਾਬ ਦੇ ਮੰਤਰੀ ਰਹੇ ਨੇ। ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਕਿੰਨਿਆਂ ਨਾਲ ਉਹਨਾਂ ਨੇ ਝਗੜਾ ਕੀਤਾ, ਉਹਨਾਂ ਦੇ ਉੱਤੇ ਹਮਲਾ ਵੀ ਆਇਆ ਤਰਨਤਾਰਨ ਦੇ ਵਿੱਚ। ਇਹ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਵਾਸਤੇ ਕੰਮ, ਜੇ ਹੁਣ ਵੀ ਉਹ ਪੰਜਾਬ ਦੇ ਵਿੱਚ ਆਵਾਜ਼ ਉਠਾ ਰਹੇ ਨੇ ਸਿਰਫ ਪਾਰਟੀ ਕਰਕੇ। ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਪਾਰਟੀ ਦੀ ਬਦਨਾਮੀ ਕਰਾ ਰਹੇ ਨੇ, ਮੀਡੀਆ ਵਿੱਚ ਜਾ ਕੇ ਪਾਰਟੀ ਦੇ ਖਿਲਾਫ ਕੰਮ ਕਰ ਰਹੇ ਨੇ ਖੇਤੀ ਬਿੱਲ ਦੇ ਉੱਪਰ। ਦੇਖੋ ਜੀ, ਕਿਸੇ ਦੀ ਜਾਨ ਬਚਾਉਣਾ ਹੋਵੇ ਤੇ ਉਹ ਪਾਰਟੀ ਦੇ ਖਿਲਾਫ ਹੋਏਗਾ। ਉਹਨਾਂ ਦਾ ਤਾਂ ਇਹੀ ਕਹਿਣਾ ਨਾ ਕਿ ਤੁਸੀਂ ਘਰ ਬੈਠੇ ਹੋ, ਵਰਚੁਅਲ ਮੀਟਿੰਗਾਂ ਕਰ ਰਹੇ ਹੋ, 100 ਗਨਮੈਨ ਲਿੱਤੇ ਨੇ, ਤੇ ਕਮ ਸੇ ਕਮ ਤੁਸੀਂ ਕਿਸਾਨਾਂ ਦੇ ਵਿੱਚ ਤੇ ਜਾਓ। ਤੇ ਜਿਹੜੇ ਕਿਸਾਨਾਂ ਦੀ ਤੁਸੀਂ ਗੱਲ ਕਰੋਗੇ, ਉਹ ਜਿਹੜੇ ਗੱਲ ਕਰਨਗੇ ਉਹ ਥੋੜਾ ਤੁਹਾਡੇ ਤੇ ਹਮਲਾ ਕਰ ਦੇਗਾ। ਇਹ ਬਸ ਇਹੀ ਮੈਟਰ ਹੈ ਜੀ। ਇਹਨਾਂ ਨੂੰ ਉਹਨਾਂ ਦਾ ਕੱਦ ਥੋੜਾ ਹੋਰ ਉੱਚਾ ਉਹ ਕਹਿੰਦੇ ਕਿ ਜਿਹੜੇ ਅਸਲ ਦੇ ਵਿੱਚ ਕਿਸਾਨ ਨੇ ਉਹ ਤੇ BJP ਪਾਰਟੀ ਦੇ ਨਾਲ ਨੇ, ਜਿਹੜੇ ਧਰਨਿਆਂ ਦੇ ਉੱਤੇ ਬੈਠੇ ਨੇ ਇਹ ਖਰੀਦੇ ਹੋਏ ਕਿਸਾਨ। ਉਹਨਾਂ ਦਾ ਇਹ ਕਹਿਣਾ ਮੀਡੀਆ 'ਚ ਬਿਆਨ ਆਏ ਸੀ। ਨਹੀਂ ਜੀ, ਇਹ ਬਿਲਕੁਲ ਗਲਤ ਗੱਲ ਹੈ ਜੀ। ਜਿਹੜੇ ਇੰਨੇ ਬੜੇ ਕਿਸਾਨ ਬੈਠੇ ਨੇ, ਕੀ ਗੱਲ ਉਹ ਦਿਹਾੜੀਆਂ ਤੇ ਬੈਠੇ ਨੇ? ਉਹ ਹਜ਼ਾਰਾਂ ਦੀ ਤਾਦਾਦ ਦੇ ਨਾਲ, ਲੱਖਾਂ ਦੀ ਤਾਦਾਦ ਦੇ ਨਾਲ ਕਿਸਾਨ ਬੈਠੇ ਨੇ। ਸਰਦੀਆਂ ਲੰਘੀਆਂ, ਕੋਈ ਗਰਮੀਆਂ ਆ ਗਈਆਂ ਨੇ। ਇਹ ਬਿਲਕੁਲ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਈ ਜਾ ਰਿਹਾ ਹੈ। ਪਾਰਟੀ ਨੂੰ ਸਟੈਂਡ ਲੈਣਾ ਚਾਹੀਦਾ ਹੈ ਕਿ ਬਹਿ ਕੇ ਉਹਨਾਂ ਨਾਲ ਗੱਲ ਕਰੇ। ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸਾਨਾਂ ਨੂੰ ਉੱਥੇ ਬੁਲਾ ਰਹੇ ਹੋ, ਤੁਸੀਂ ਆਪਣੇ ਨੁਮਾਇੰਦੇ ਕਿਸਾਨਾਂ ਕੋਲ ਵੀ ਭੇਜ ਸਕਦੇ ਹੋ। ਉਹ ਕਹਿੰਦੇ ਕਿ ਪਹਿਲਾਂ ਤਾਂ ਅਨਿਲ ਜੋਸ਼ੀ ਨੂੰ ਯਾਦ ਨਹੀਂ ਆਇਆ ਕਿਸਾਨਾਂ ਦੀ, ਹੁਣ BJP ਤੋਂ ਟਿਕਟ ਕੱਟਦੀ ਨਜ਼ਰ ਆ ਰਹੀ ਹੈ ਤੇ ਅਚਾਨਕ ਹੀ ਦਰਦ ਜਾਗ ਪਿਆ ਦਿਲ 'ਚ। ਦੇਖੋ ਜੀ, ਇਹਨਾਂ ਨੂੰ ਹੁਣ ਨਜ਼ਰ ਆਉਂਦਾ, ਜਦੋਂ ਕਾਰਜਕਰਨੀ ਦੇ ਵਿੱਚ ਉਹਨਾਂ ਨੇ ਆਵਾਜ਼ ਉਠਾਈ ਸੀ ਉਦੋਂ ਨਹੀਂ ਇਹਨਾਂ ਨੂੰ ਪਤਾ ਲੱਗਾ। ਉਹ ਅੱਜ ਦੀ ਗੱਲ ਥੋੜਾ ਵਾ। ਉਸ ਮੈਟਰ ਨੂੰ ਵੀ ਤੇ ਕਮ ਸੇ ਕਮ 2 ਮਹੀਨੇ ਤੋਂ 3 ਮਹੀਨੇ ਤੋਂ ਉੱਤੇ ਹੀ ਹੋ ਗਿਆ ਨਾ। ਉਹ ਤੇ ਪੁਰਾਣੀ ਗੱਲ ਕਰ ਰਹੇ ਨੇ, ਕਿੰਨੀ ਦੇਰ ਦੀ ਆਵਾਜ਼ ਉਠਾ ਰਹੇ ਨੇ ਕਿ ਕਿਸਾਨਾਂ ਬਾਰੇ ਕੋਈ ਸੋਚੋ। ਪੰਜਾਬ ਦੇ ਹਾਲਾਤ ਜਿਹੜੇ ਵਿਗੜਦੇ ਜਾ ਰਹੇ ਨੇ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਬਿਲਕੁਲ ਸਹੀ ਹੋਣ। ਅਸੀਂ ਬਹਿ ਕੇ ਅਸੀਂ ਜੇ 2022 ਚ ਇਲੈਕਸ਼ਨ ਲੜਨਾ ਵਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਆਪਣੇ ਕਾਰਜਕਰਤਾ ਦਾ ਵੀ ਹੌਸਲਾ ਵਧਾਈਏ। ਅੱਜ ਕੱਲ ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਇੱਕ ਫੋਟੋ ਦਿਖਾਣਾ ਵਾ। ਕਾਰਜਕਰਤਾ ਘਰ ਦੇ ਬਾਹਰੋਂ ਆਪਣੀਆਂ ਪਲੇਟਾਂ ਲਾਉਣ ਲੱਗ ਪਿਆ ਕਿ ਉਹਨੇ ਲਿਖਿਆ ਕਿ ਮੈਂ BJP ਦਾ ਕਾਰਜਕਰਤਾ ਹੂੰ। ਆਪਣੀਆਂ ਪਲੇਟਾਂ ਲਾਣੀਆਂ ਚਾਲੂ ਕਰਤੀਆਂ ਨੇ। ਪਰ BJP ਵਾਲੇ ਦਾ ਕਹਿਣਾ ਕਿ 2017 ਦੇ ਵਿੱਚ 80+ ਸੀਟਾਂ ਤਾਂ ਆਪਾਂ ਜਿੱਤ ਪ੍ਰਾਪਤ ਕਰਾਂਗੇ। ਇਹ ਲੋਕ ਉਹ ਕਹਿ ਰਹੇ ਨੇ ਜਿਨ੍ਹਾਂ ਦੇ ਕੋਲ ਗਨਮੈਨ ਨੇ, ਜਿਨ੍ਹਾਂ ਦੇ ਕਾਰੋਬਾਰ ਸੈੱਟ ਨੇ, ਜਿਹੜੇ ਪਾਰਟੀ ਵੱਲ ਨਹੀਂ ਧਿਆਨ ਦਿੰਦੇ, ਜਿਹੜੇ ਆਪਣੇ ਘਰ ਵੱਲ ਧਿਆਨ ਦਿੰਦੇ ਨੇ ਨਾ, ਇਹ ਉਹਨਾਂ ਲੋਕਾਂ ਦੀ ਆਵਾਜ਼ ਹੈਗੀ। ਅਨਿਲ ਜੋਸ਼ੀ ਵੱਲੋਂ ਦਾ ਇਹ ਕਹਿਣਾ ਕਿ ਇਹਦੇ ਆਜ਼ਾਦ ਵੀ ਜਿੱਤ ਸਕਦਾ, ਜੇ ਆਜ਼ਾਦ ਤੌਰ ਤੇ ਵੀ ਜਿੱਤ ਜਾਵੇ ਤਾਂ ਕੁਝ ਲੀਡਰ BJP ਦੇ ਇਹ ਕਹਿ ਰਹੇ ਨੇ ਕਿ ਅਸੀਂ ਪਾਰਟੀ ਤੱਕ ਸੰਨਿਆਸ ਤੱਕ ਦੇ ਦਾਂਗੇ। ਕੁਝ ਲੀਡਰ ਨੇ BJP ਦੇ, ਉਹਨਾਂ ਦਾ ਇਹ ਬਿਆਨ ਆਇਆ ਵਾ ਕਿ ਅਗਰ ਅਨਿਲ ਜੋਸ਼ੀ ਆਜ਼ਾਦ ਤੌਰ ਤੇ ਵੀ ਇਲੈਕਸ਼ਨ ਜਿੱਤ ਜਾਵੇ ਤਾਂ ਅਸੀਂ ਪਾਰਟੀ ਤੋਂ ਹੀ ਸੰਨਿਆਸ ਦੇ ਦਾਂਗੇ। ਦੇਖੋ ਜੀ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਨਾ ਕਿ ਕਿਹਦੇ 'ਚ ਕਿੰਨੀ ਤਾਕਤ ਹੈ। ਇਹ ਵਕਤ ਦੱਸੇਗਾ। ਹਲੇ ਤੇ ਪਾਰਟੀ ਦੇ ਨਾਲ ਆਜ਼ਾਦ ਲੜਨ ਦਾ ਤੇ ਹਜੇ ਸਵਾਲ ਹੀ ਨਹੀਂ ਪੈਦਾ ਹੁੰਦਾ। ਹਜੇ ਬਹੁਤ ਟਾਈਮ ਪਿਆ ਜੀ। ਇਹ ਵਕਤ ਦੱਸੇਗਾ ਆਉਣ ਵਾਲਾ। ਤੇ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਉਹਨਾਂ ਨੂੰ ਆਪਣੇ ਅੰਦਰ ਝਾਂਕ ਕੇ ਵੇਖਣਾ ਚਾਹੀਦਾ ਵਾ। ਕੁਝ ਲੋਕ ਇਹੋ ਜਿਹੇ ਨੇ
ਪਾਰਟੀ ਨੇ ਜਿਹਨਾਂ ਇਹਨਾਂ ਨੇ ਅਹੁਦਿਆਂ ਤੇ ਪਹੁੰਚਾਇਆ। ਜਿਹੜੇ ਤੁਸੀਂ ਅਖੀਰ ਦੇ ਉੱਤੇ ਪਾਰਟੀ ਕੋਲੋਂ ਕੀ ਮੰਗ ਕਰਦੇ ਜੇ? ਤੁਹਾਨੂੰ ਜਦੋਂ ਬਰਖਾਸਤ ਕੀਤਾ ਗਿਆ, ਆਈਟੀ ਸੈੱਲ ਭੰਗ ਕਰ ਦਿੱਤਾ ਗਿਆ, ਕੀ ਬਰਖਾਸਤ ਮੰਗ ਕਰਦੇ ਜੀ? ਮੈਨੂੰ ਉਹਨਾਂ ਨੇ ਜੇ ਪਦ ਮੁਕਤ ਕੀਤਾ ਗਿਆ, ਮੇਰੀ ਇਹੀ ਮੰਗ ਹੈ ਕਿ ਜਿਹੜੇ 2000 ਰੁਪਈਆ ਮਹੀਨੇ ਦੇ ਨਾਲ ਗ੍ਰਾਹੀ ਕਰ ਰਹੇ ਨੇ, ਜਿਹੜੇ ਲੱਖਾਂ ਰੁਪਏ ਖਾਤਿਆਂ 'ਚ ਜਮ੍ਹਾਂ ਕਰਾ ਰਹੇ ਨੇ, ਪਾਰਟੀ ਉਹਦੇ ਵੱਲ ਧਿਆਨ ਦੇਵੇ ਕਿ ਪਾਰਟੀ ਦੀ ਬਦਨਾਮੀ ਨਾ ਹੋਵੇ। ਜੇ ਅੱਜ ਅੰਮ੍ਰਿਤਸਰ ਦਾ ਸਕੈਂਡਲ ਦੀ ਬਾਰੇ ਮੈਂ ਤੁਹਾਨੂੰ ਦੱਸ ਰਿਹਾ, ਕੱਲ ਨੂੰ ਕਿਤੇ ਪੰਜਾਬ ਦੇ ਕਿਸੇ ਹਿੱਸੇ 'ਚ ਹੋਰ ਆਵਾਜ਼ ਆ ਗਈ ਪੈਸਿਆਂ ਦੀ, ਤੇ ਮੇਰੀ ਜਿੰਦਾ ਬਿੱਟਾ ਦੀ ਜਿਹੜੇ ਓਬੀਸੀ ਦੇ ਪੰਜਾਬ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਉਹਨਾਂ ਨੇ ਪੈਸੇ ਮੰਗੇ? ਤੁਹਾਡੇ ਕੋਲ ਰਿਕਾਰਡਿੰਗਾਂ ਤੁਹਾਡੇ ਕੋਲ ਮੇਰੇ ਕੋਲ ਇੱਕ ਕੀ ਪਈਆਂ? ਰਿਕਾਰਡਿੰਗ ਵੀ ਹੈ ਜਿਹਦੀ ਮੈਂ ਗੱਲ ਤਰੁਣ ਜੱਸੀ ਜੀ ਨੂੰ ਫੋਨ ਤੇ ਕਿਹਾ, ਮੈਂ ਕਿਹਾ ਜੀ ਇਹ ਮਹਾਰਾਸ਼ਟਰ ਦੀ ਤਰਜ਼ ਦੇ ਉੱਤੇ ਪੈਸੇ ਦੀ ਗ੍ਰਾਹੀ ਕਰ ਰਹੇ ਨੇ, ਕੀ ਗੱਲ ਤੁਸੀਂ ਇਸ ਬਾਰੇ ਕਿਉਂ ਨਹੀਂ ਧਿਆਨ ਦਿੰਦੇ? ਉਹਨਾਂ ਨੇ ਮੈਨੂੰ ਕਿਹਾ ਜੀ ਪਾਰਟੀ ਨੂੰ ਪੈਸੇ ਦੀ ਲੋੜ ਹੁੰਦੀ ਹੈ। ਮੈਂ ਕਿਹਾ ਜੀ ਕਾਹਦੀ ਲੋੜ ਹੁੰਦੀ? ਕਹਿੰਦੇ ਜੀ ਪੰਜਾਬ ਪ੍ਰਧਾਨ ਜੀ ਨੇ ਆਉਣਾ ਹੁੰਦਾ। ਮੈਂ ਕਿਹਾ ਜੀ ਪੰਜਾਬ ਪ੍ਰਧਾਨ ਜੀ ਨੇ ਆਉਣਾ ਹੋਵੇ ਤੇ 100-200 ਰੁਪਏ ਦੀ ਛਾਲ ਵੀ ਦਿੱਤੀ ਜਾ ਸਕਦੀ ਹੈ। 2000 ਰੁਪਏ ਮਹੀਨਾ ਕਰਕੇ ਤੇ 2 ਲੱਖ ਰੁਪਈਆ ਤੁਸੀਂ ਸੈਂਟਰਲ ਕੇ ਚੋਂ ਇਕੱਠਾ ਕਰਕੇ ਤੋਂ ਇਸ ਗੱਲ ਦੀ ਮੈਨੂੰ ਨਹੀਂ ਸਮਝ ਆਉਂਦੀ। ਮੈਂ ਆਪਣੀ ਆਵਾਜ਼ ਜਿਹੜੀ ਹੈ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੂੰ ਇਹਨਾਂ ਨੇ ਭੇਜਿਆ ਸੀ, ਮੈਂ ਉਹਨਾਂ ਨੂੰ ਵੀ ਕਿਹਾ ਸੀ, ਉਹਨਾਂ ਦਾ ਮੈਨੂੰ ਜਵਾਬ ਆਇਆ ਕਿ ਤੁਸੀਂ ਪੈਸੇ ਨਹੀਂ ਦੇਣੇ ਤੇ ਨਾ ਦਿਓ, ਉਹਨਾਂ ਨੂੰ ਕੰਮ ਕਰਨ ਤੇ ਤੁਹਾਨੂੰ ਕਿਤੇ ਹੋਰ ਜਗ੍ਹਾ ਤੇ ਸੈੱਟ ਕਰਾ ਦੇਵਾਂਗੇ। ਤੁਸੀਂ ਨਿੱਜੀ ਤੌਰ ਤੇ 2022 ਦੇ ਵਿੱਚ ਬੀਜੇਪੀ ਪਾਰਟੀ ਦਾ ਭਵਿੱਖ ਪੰਜਾਬ ਦੇ ਵਿੱਚ ਕੀ ਵੇਖਦੇ ਜੀ? ਦੇਖੋ ਜੀ, ਜੋ ਇਸ ਟਾਈਮ ਹਾਈ ਕਮਾਨ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਜੋ ਕਰ ਰਹੇ ਨੇ, ਹਜੇ ਤੇ ਕੁਝ ਨਹੀਂ ਨਜ਼ਰ ਆ ਰਿਹਾ। ਇਹ ਤੇ ਜੇ ਕੇਂਦਰ ਦੀ ਹਾਈ ਕਮਾਨ ਇਹਦੇ ਉੱਤੇ ਥੋੜਾ ਜਿਹਾ ਧਿਆਨ ਦਿੰਦੀ ਹੈ। ਵੈਸੇ ਤੇ ਜਿਹੜੀ ਜੋਸ਼ੀ ਜੀ ਨੇ ਹੁਣ ਗੱਲ ਕੀਤੀ ਹੈ ਕਿ ਤੁਸੀਂ ਕਿਸਾਨਾਂ ਦੇ ਵਿੱਚ ਜਾ, ਉਹੀ ਗੱਲ ਤੇ ਅੱਜ ਪੇਪਰ 'ਚ ਆਇਆ, ਨੱਡਾ ਜੀ ਨੇ, ਸਾਡੇ ਅਮਿਤ ਸ਼ਾਹ ਜੀ ਨੇ ਕਿਹਾ ਵਾ ਕਿ ਤੁਸੀਂ ਜਨਤਾ ਦੇ ਵਿੱਚ ਜਾਓ ਤੇ ਜਨਤਾ ਨੂੰ ਸਮਝਾਓ ਤੇ ਕਿਸਾਨਾਂ ਨੂੰ ਸਮਝਾਓ ਜਾ ਕੇ। ਇਹ ਜਿਹੜੀ ਗੱਲ ਜੇ ਪਹਿਲਾਂ ਹੀ ਅਮਲ ਕਰ ਲੈਂਦੇ ਤੇ ਇੰਨੀ ਨੌਬਤ ਨਹੀਂ ਆਣੀ ਪੰਜਾਬ ਦੇ ਵਿੱਚ। ਇਸ ਨੂੰ ਮੰਗ ਕੀ? ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ AK1 ਚੈਨਲ ਦਾ। ਬਾਕੀ ਦੂਜੀ ਗੱਲ ਰਹੀ ਹੈ ਆਪਣੀ, ਜੋ ਇਹਨਾਂ ਨੇ ਕਿਹਾ ਆ ਕਿ ਆਪਣੀ IT ਟੀਮ ਭੰਗ ਕੀਤੀ ਆ ਕੋਈ ਵਿਅਕਤੀ ਵਿਸ਼ੇਸ਼ ਕਰਕੇ। ਅੱਜ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਆ, 2014 'ਚ ਜਦੋਂ ਉਸ ਤੋਂ ਪਹਿਲਾਂ ਪੂਰੇ ਭਾਰਤ 'ਚ BJP ਦਾ ਨਾਮ ਨਹੀਂ ਸੀ, ਇੰਨੀ ਕੋਈ ਆਵਾਜ਼ ਨਹੀਂ ਸੀ, ਉਦੋਂ ਮੋਦੀ ਲਹਿਰ ਆਈ, ਲੋਕਾਂ ਨੇ ਕਿਸ ਨਾਂ ਤੇ ਵੋਟਾਂ ਪਾਈਆਂ ਸੀਗੀਆਂ? ਮੋਦੀ ਜੀ ਦੇ ਨਾਂ ਤੇ ਨਾ। ਅੱਜ ਬੱਚਾ ਕੀ ਜਾਣਦਾ? ਮੋਦੀ ਜੀ ਜਿੰਦਾਬਾਦ। ਅੱਜ ਤੁਸੀਂ ਲੋਕ ਵੀ ਕਹਿੰਦੇ ਜੇ, ਤੁਸੀਂ ਵੀ ਇਹੀ ਕਹਿੰਦੇ ਨਾ ਮੋਦੀ ਜੀ ਨੂੰ ਵੋਟ ਪਾਉਣੀ ਆ। ਤੇ ਅੱਜ ਅਸੀਂ ਅਗਰ ਵਿਅਕਤੀ ਵਿਸ਼ੇਸ਼ ਕੋਈ ਇੱਕ ਬੰਦਾ ਸਹੀ ਰਾਏ ਦੇ ਰਿਹਾ ਤੇ ਉਹਦੀ ਕਿਉਂ ਨਹੀਂ ਸੁਣਦੇ? ਤੁਸੀਂ ਕਹਿੰਦੇ ਜੇ ਕਿ ਸਾਨੂੰ ਸਾਲ ਬਾਅਦ ਜੋਸ਼ੀ ਜੀ ਜਗੇ ਨੇ, ਠੀਕ ਹੈ। ਜੋਸ਼ੀ ਜੀ ਨੇ ਪਹਿਲੇ ਦਿਨ ਤੋਂ ਹੀ ਕਈ ਵਾਰੀ ਕਾਰਜਕਾਰਨੀ ਸਦੱਸਿਆ ਹੈਗੇ ਪੰਜਾਬ ਦੇ, ਉਹ 'ਚ ਮੀਟਿੰਗ 'ਚ ਇਹਨਾਂ ਨੇ ਆਪਣੀ ਆਵਾਜ਼ ਉਠਾਈ। ਕਈ ਵੱਡੇ ਲੀਡਰਾਂ ਨੇ ਇਹਨਾਂ ਦੀ ਆਵਾਜ਼ ਨੂੰ ਦਬਾਇਆ। ਅੱਜ ਵੀ ਉਹੀ ਕਰ ਰਹੇ ਨੇ ਕਿ ਆਪਾਂ ਇਹਨਾਂ ਦੀ ਆਵਾਜ਼ ਨੂੰ ਦਬਾਈਏ ਤੇ ਉਹਨਾਂ ਦਾ ਕੱਦ ਉੱਚਾ ਨਾ ਹੋਣ ਦਈਏ। ਤੇ ਅਸੀਂ ਲੋਕੀ ਇਹੀ ਕਹਿਣਾ ਚਾਹੁੰਦੇ ਆ ਕਿ ਭਾਜੀ ਤੁਸੀਂ ਵੀ ਮੰਨੋ ਇਹੀ ਗੱਲ ਨੂੰ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਦਾ ਸਾਥ ਦਈਏ। ਆਪਣੀ ਜਿਹੜੇ ਪੰਜਾਬ ਦੀ ਗੱਲ ਆ, ਪੰਜਾਬੀਆਂ ਨੇ ਕਰਨੀ, ਹੋਰ ਕਿੰਨੇ ਕਰਨੀ ਆ? ਕੋਈ ਬਿਹਾਰੋਂ ਜਾਂ ਦਿੱਲੀੋਂ ਆ ਕੇ ਤੇ ਕਰਨ ਨਹੀਂ ਲੱਗਾ। ਅਸੀਂ ਸਾਰਿਆਂ ਨੇ ਇੱਥੇ ਹੀ ਰਹਿਣਾ ਹੈ ਤੇ ਆਪਣੇ ਮਿਲ ਕੇ ਭਾਈਚਾਰੇ ਨਾਲ ਰਹੀਏ ਤੇ ਨਾਲ ਉਹਨਾਂ ਦੀ ਆਵਾਜ਼ ਨੂੰ ਚੁੱਕੀਏ। ਮੰਗ ਕੀ ਕਰਦੇ ਪਾਰਟੀ ਕੋਲ? ਮੈਂ ਤੇ ਪਾਰਟੀ ਕੋਲੋਂ ਇਹੀ ਮੰਗ ਚਾਹੁੰਦਾ ਆ ਕਿ ਤੁਸੀਂ ਵੀ ਸਾਰੇ ਜਾਣੇ ਰਲੋ ਤੇ ਅਸੀਂ ਸਾਰੇ ਜਾਣੇ ਜਾ ਕੇ ਹਾਈ ਕਮਾਂਡ ਨੂੰ ਕਹੀਏ ਕਿ ਇਹ ਜਿਹੜੇ ਕਿਸਾਨਾਂ ਦੇ ਮੁੱਦੇ ਹੈਗੇ ਆ, ਇਹਨਾਂ ਨੂੰ ਆਪਾਂ ਸੋਲਵ ਕਰੀਏ। ਜਿਹੜੇ ਇੱਥੋਂ ਤੱਕ ਪਹੁੰਚ ਗਏ ਨੇ, ਸਾਲ ਹੋ ਗਿਆ ਭਾਜੀ, 500 ਤੋਂ ਉੱਤੇ ਬੰਦਾ ਮਰ ਗਿਆ ਆ ਆਈਟੀ ਸੈੱਲ ਕਿਸਾਨ। ਭੰਗ ਹੋਣ ਤੋਂ ਬਾਅਦ ਤੁਸੀਂ ਕੀ ਪਾਰਟੀ ਦਾ ਪ੍ਰਚਾਰ ਕਰਨਾ ਬੰਦ ਕਰ ਦਿਓਗੇ? ਅਸੀਂ ਭਾਜੀ ਪਹਿਲਾਂ ਵੀ ਪਾਰਟੀ ਦੇ ਨਾਲ ਸੀਗੇ ਤੇ ਹੁਣ ਵੀ ਪਾਰਟੀ ਦੇ ਨਾਲ ਆ ਤੇ ਅੱਗੇ ਵੀ ਪਾਰਟੀ ਦੇ ਨਾਲ ਹੀ ਰਵਾਂਗੇ। ਬਾਕੀ ਰਹੀ ਵਿਅਕਤੀ ਵਿਸ਼ੇਸ਼ ਦੀ ਗੱਲ, ਭਾਜੀ ਹਰ ਇੱਕ ਦਾ ਆਈਡਲ ਲੀਡਰ ਤੇ ਹੁੰਦਾ ਹੀ ਆ। ਤੁਸੀਂ ਉਹਦੀ ਪੋਸਟ ਪਾਉਣ ਤੋਂ ਜੇ ਤੁਸੀਂ ਇੰਨੀ ਗੱਲ ਕਰ ਸਕਦੇ ਜੇ, ਕੱਲ ਨੂੰ ਉਹਨਾਂ ਦੀ ਆਵਾਜ਼ ਤੁਸੀਂ ਅੱਜ ਦਬਾਈ ਹੈ ਤੇ ਸਾਡੀ ਵੀ ਆਵਾਜ਼ਾਂ ਇੱਦਾਂ ਦਬਾ ਰਹੇ ਜੇ ਤੁਸੀਂ। ਕੀ ਮੰਗ ਕਰਦੇ ਭਾਈ ਤੁਸੀਂ ਪਾਰਟੀ ਤੋਂ? ਮੰਗ ਇਹੋ ਹੀ ਹੈਗੀ ਆਪਣੀ, ਜਿਹੜੀ ਕਿਸਾਨਾਂ ਦਾ ਮੁੱਦਾ ਜਿਹੜੀ ਹੱਲ ਕੀਤਾ ਜਾਵੇ ਜਲਦੀ ਤੋਂ ਜਲਦੀ। ਬਾਕੀ ਇਹ ਹੈਗਾ ਜਿਹੜਾ ਇਹ ਵਿਅਕਤੀ ਵਿਸ਼ੇਸ਼ ਬਾਰੇ ਕਹਿ ਰਹੇ ਨੇ, ਯਾਨੀ ਕਿ ਆਪਣਾ 30 ਪੋਸਟਾਂ ਨਾ ਪਾਓ, ਠੀਕ ਹੈ, ਕਿ ਉਹ ਜੋਸ਼ੀ ਸਾਹਿਬ ਆਪਣਾ BJP ਤੋਂ ਬਾਹਰ ਹੈਗੇ ਨੇ, ਕਿ ਉਹ ਆਪਣਾ ਕਾਂਗਰਸ ਦੇ ਜਾਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਦੇ ਹੈਗੇ ਨੇ? ਇਹ ਚੀਜ਼ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਪਹਿਲਾਂ, ਇਹ ਦੱਸਣ ਪਹਿਲਾਂ ਵੀ। ਪਰ ਉਹ ਕਹਿੰਦੇ ਪਾਰਟੀ ਦੀ ਗੱਲ ਪਾਰਟੀ ਦੇ ਵਿੱਚ ਬੈਠ ਕੇ ਕਰਨ, ਬਾਹਰ ਜਾ ਕੇ ਮੀਡੀਆ 'ਚ ਕਿਉਂ ਕਰ ਰਹੇ ਨੇ? ਪਾਰਟੀ ਦੀ ਗੱਲ ਜਿਹੜੀ ਇਹਨਾਂ ਨੇ ਪਹਿਲਾਂ ਵੀ ਕੀਤੀ ਸੀ, ਜੋਸ਼ੀ ਸਾਹਿਬ ਨੇ ਆਪਣੀ ਕਾਰਜਕਾਰਨੀ ਬੈਠਕ ਦੇ ਵਿੱਚ, ਉੱਥੇ ਵੀ ਆਵਾਜ਼ ਉਠਾਈ, ਪਰ ਇਹਨਾਂ ਦੀ ਆਵਾਜ਼ ਉੱਥੇ ਨਹੀਂ ਸੁਣੀ ਗਈ ਤੇ ਇਸ ਕਰਕੇ ਮੀਡੀਆ ਪਲੇਟਫਾਰਮ ਤੇ ਆਣ ਕੇ ਫਿਰ ਇਹਨਾਂ ਨੂੰ ਗੱਲ ਕਰਨੀ ਪਈ। ਮੰਗ ਕੀ ਕਰਦੇ ਜੇ ਪਾਰਟੀ ਕੋਲੋਂ? ਮੰਗ ਇਹ ਹੈ ਕਿਸਾਨਾਂ ਦਾ ਮੁੱਦਾ ਛੇਤੀ ਹੱਲ ਹੋਣਾ ਚਾਹੀਦਾ ਵਾ। ਬਾਕੀ ਜਿਹੜਾ ਇਹਨਾਂ ਨੇ ਸਾਡੇ ਉੱਤੇ ਜਾਣੀ IT ਸੈੱਲ ਦੇ ਉੱਤੇ ਦੁਰਪ੍ਰਚਾਰ ਦਾ ਲਾਇਆ ਵਾ, ਮੇਰੀ ਪ੍ਰਦੀਪ ਸ਼ਰਮਾ ਛਾਟੇ ਦੀ ID ਆ, ਉਹਦੇ ਉੱਤੇ ਇੱਕ ਵੀ ਵੇਖ ਲਓ ਜਾਣੀ BJP ਦੇ ਖਿਲਾਫ ਕਿਹੜੀ ਇਹੀ ਪੋਸਟ ਪਾਈ ਆ, BJP ਦੇ ਖਿਲਾਫ ਹੱਕ ਦੇ ਵਿੱਚ ਹੀ ਪਾਈ ਆ। ਬਾਕੀ ਇਹ ਆਪਾਂ ਜੋਸ਼ੀ ਭਾਈ ਦੀ ਪਾ ਰਹੇ ਆਪਣਾ ਫੋਟੋਆਂ, ਉਹਦੇ ਕਰਕੇ ਇਹਨਾਂ ਨੇ ਜਾਣੀ ਕਿ ਸਾਡੀ ਟੀਮ ਨੂੰ ਭੰਗ ਕੀਤਾ ਗਿਆ। ਆਈਟੀ ਸੈੱਲ ਹੀ ਭੰਗ ਕਰ ਦਿੱਤਾ ਗਿਆ। ਹੁਣ ਤੁਸੀਂ BJP ਪਾਰਟੀ ਦਾ ਪ੍ਰਚਾਰ ਕਰਨਾ ਬੰਦ ਕਰ ਦਿਓ? ਅਸੀਂ BJP ਪਾਰਟੀ ਦੇ ਨਾਲ ਹੈਗੇ ਆ, ਅੱਜ ਵੀ BJP ਪਾਰਟੀ ਦੀਆਂ ਅਸੀਂ ਪੋਸਟਾਂ ਪਾ ਰਹੇ। ਜਿਹੜਾ ਵਿਅਕਤੀ ਵਿਸ਼ੇਸ਼ ਦਾ ਇਲਜ਼ਾਮ ਤੁਹਾਡੇ ਤੇ ਲਗਾਇਆ ਜਾ ਰਿਹਾ, ਪਾਰਟੀ ਵੱਲੋਂ ਵਿਅਕਤੀ ਵਿਸ਼ੇਸ਼ ਦਾ ਪ੍ਰਚਾਰ ਕਰ ਰਿਹਾ, ਉਹਦੇ ਬਾਰੇ ਤੁਹਾਡੀ ਹੁਣ ਕੀ ਰਾਏ ਹੈ? ਅਗਲਾ ਸਟੈਂਡ ਕੀ ਹੋਏਗਾ? ਜੋਸ਼ੀ ਜੀ ਦੇ ਨਾਲ ਹੈਗੇ ਆ। ਤੁਹਾਡਾ ਕੀ ਕਹਿਣਾ ਭਾਜੀ?
ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਹ ਸਾਡੀ ਇਹੀ ਮੰਗ ਹੈ ਕਿ ਜਿਹੜੇ ਜਲਦੀ ਤੋਂ ਜਲਦੀ ਕਿਸਾਨਾਂ ਦਾ ਮਸਲਾ ਹੈਗਾ ਉਹ ਹੱਲ ਕੀਤਾ ਜਾਵੇ, ਕਿਉਂਕਿ ਬਾਹਰ ਜਾਣਾ, ਅੱਜ ਨੱਡਾ ਜੀ ਨੇ ਵੀ ਸਵੇਰੇ ਬਿਆਨ ਆਈ ਪ੍ਰੈਸ ਦੇ ਵਿੱਚ ਕਿ ਬਾਹਰ ਜਾਓ, ਪਰ ਜਦੋਂ ਬੀਜੇਪੀ ਵਾਲੇ ਬਾਹਰ ਜਾਂਦੇ ਉਹਨਾਂ ਦੇ ਕਿਸਾਨ ਘੇਰ ਕੇ ਬਹਿ ਜਾਂਦੇ ਆ ਅਬੋਹਰ ਤੋਂ ਕਾਂਗਰਸ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇ ਸਨ ਕਿਸਾਨਾਂ ਬਾਹਰ ਵੀ ਕਿੱਦਾਂ ਨਿਕਲੋਗੇ? ਇਹੋ ਮਸਲਾ ਜੇ ਜਦੋਂ ਪੰਜਾਬ ਦੇ ਵਿੱਚ ਹੀ ਜੋ ਹੈਗਾ ਸੀ ਮਸਲਾ, ਜੇ ਉਦੋਂ ਹੱਲ ਕਰਦੇ ਤੇ ਅੱਜ, ਕਿਉਂਕਿ ਉਹਨਾਂ ਨੇ ਬਿਲਕੁਲ ਵੀ ਮਤਲਬ ਉਹਨਾਂ ਦਾ ਸਾਥ ਦਿੱਤਾ ਹੀ ਨਹੀਂ ਕਿਸਾਨਾਂ ਦਾ, ਇਸ ਕਰਕੇ ਉਹ ਅੱਜ ਉਹ ਸਾਡੇ ਆਪੋਜ਼ਿਟ ਹੋਏ ਹੋਏ ਆ ਕਿਸਾਨ ਸਾਰੇ। ਠੀਕ ਹੈ, ਜੋਸ਼ੀ ਸਾਹਿਬ ਜੀ ਨੇ ਪਹਿਲੇ ਵੀ ਗੱਲ ਕੀਤੀ, 3 ਮਹੀਨੇ ਪਹਿਲੇ ਵੀ ਗੱਲ ਕੀਤੀ ਕਿ ਅਸੀਂ ਕਿਸਾਨਾਂ ਦਾ ਹੱਲ ਕਰੀਏ, ਲੇਕਿਨ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈਗੀ ਆ ਉਹ ਇਸ ਚੀਜ਼ ਨੂੰ ਚਾਹੁੰਦੀ ਨਹੀਂ ਹੈ ਕਿ ਹੱਲ ਹੋਵੇ, ਉਹ ਉੱਪਰ ਗੱਲ ਹੀ ਨਹੀਂ ਕਰਦੀ ਆਪਣੇ ਪਦ ਬਚਾਉਣ ਬੀਜੇਪੀ ਵਾਸਤੇ। ਅੰਮ੍ਰਿਤਸਰ ਜ਼ਿਲ੍ਹਾ ਇਕਾਈ ਨੇ ਸਿਰਫ ਆਈਟੀ ਸੈੱਲ ਭੰਗ ਕੀਤਾ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਆਈਟੀ ਸੈੱਲ ਸਿਰਫ ਤੇ ਪੂਰਾ ਦਾ ਪੂਰਾ ਆਈਟੀ ਸੈੱਲ ਇੱਕ ਵਿਅਕਤੀ ਵਿਸ਼ੇਸ਼ ਦਾ ਪ੍ਰਚਾਰ ਕਰ ਰਿਹਾ। ਇਦਾਂ ਤੇ ਕੋਈ ਗੱਲ ਨਹੀਂ ਹੈਗੀ, ਆਈਟੀ ਸੈੱਲ ਜਿਹੜਾ ਵੀ ਹੈਗਾ ਸਾਰੇ ਬੀਜੇਪੀ ਦੀ ਪੋਸਟ ਪਾ ਰਿਹਾ। ਠੀਕ ਹੈ, ਇਹ ਭਾਜੀ ਨੇ ਪਹਿਲੇ ਵੀ ਗੱਲ ਕੀਤੀ ਹੈ ਕਿ ਇੱਕ ਹਰ ਬੰਦੇ ਦਾ ਇੱਕ ਆਈਡਲ ਹੁੰਦਾ। ਠੀਕ ਹੈ, ਹਰ ਨੇਤਾ ਹੁੰਦਾ, ਕਿਸੇ ਦਾ ਵੀ ਹੁੰਦਾ, ਹਰ ਪਾਰਟੀ ਦੇ ਵਿੱਚ ਹੁੰਦਾ। ਠੀਕ ਹੈ, ਕੋਈ ਮਤਲਬ ਅਨਿਲ ਜੋਸ਼ੀ ਦੀ ਬੀਜੇਪੀ ਤੋਂ ਵੱਖਰੇ ਤਾਂ ਨਹੀਂ ਹੈਗੇ, ਬੀਜੇਪੀ ਦੇ ਹੀ ਹੈਗੇ ਨਾ, ਬੀਜੇਪੀ ਦੀ ਹੀ ਪੋਸਟ ਪਾਉਂਦੇ ਪਏ ਉਹ। ਅਨਿਲ ਜੋਸ਼ੀ ਦੀ ਜੇ ਪੋਸਟ ਪਾ ਦਿੱਤੀ ਤਾਂ ਉਹਨਾਂ ਨੇ ਕੋਈ ਗਲਤ ਤਾਂ ਨਹੀਂ ਇਹਦੇ ਵਿੱਚ ਕੀਤਾ। ਇਹ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਕਿ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਐਕਸ਼ਨ ਲਿਆ ਇਸ ਚੀਜ਼ ਤੇ। ਮੰਗ ਕੀ ਕਰਦੇ ਜੀ ਅਖੀਰ ਤੇ 2 ਲਫ਼ਜ਼ਾਂ 'ਚ? ਮੰਗ ਇਹੀ ਹੈ ਕਿ ਕਿਸਾਨਾਂ ਦਾ ਮਸਲਾ ਜਿਹੜਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ ਤੇ ਕਿ ਜੇ ਅਸੀਂ ਵੀ ਜਾ ਕੇ ਬੀਜੇਪੀ ਦਾ ਪ੍ਰਚਾਰ ਕਰ ਸਕੀਏ ਲੋਕਾਂ ਵਿੱਚ ਜਾ ਕੇ ਸਾਰਾ ਕੁਝ। ਧੰਨਵਾਦ। ਠੀਕ ਹੈ। ਹਾਂਜੀ ਪ੍ਰਧਾਨ ਜੀ, ਜਿਹੜਾ ਬੀਜੇਪੀ ਦੇ ਵੱਲੋਂ ਆਈਟੀ ਸੈੱਲ ਭੰਗ ਕੀਤਾ ਗਿਆ ਵਾ ਉਹਦੇ ਕਾਨਫਰੰਸ ਕੀਤੀ ਉਹਨਾਂ ਦਾ ਇਹ ਕਹਿਣਾ ਵਾ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਪ੍ਰਚਾਰ ਕਰ ਰਹੇ ਨੇ, ਇਸ ਕਰਕੇ ਬੀਜੇਪੀ ਨੇ ਜਿਹੜੀ ਆਈਟੀ ਸੈੱਲ ਹੀ ਭੰਗ ਕਰ ਦਿੱਤਾ ਗਿਆ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਉਹਨਾਂ ਦਾ ਕਹਿਣਾ ਬਿਲਕੁਲ ਠੀਕ ਹੈ, ਮੈਂ ਉਹਨਾਂ ਦੀ ਹਾਂ 'ਚ ਹੀ ਹਾਂ ਮਿਲਾਨਾ ਕਿ ਜਿਹੜੇ ਲੋਕ ਪਾਰਟੀ ਦਾ ਪ੍ਰਚਾਰ ਪ੍ਰਸਾਰ ਛੱਡ ਕੇ ਵਿਅਕਤੀਗਤ ਕਿਸੇ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਉਹਨਾਂ ਨੂੰ ਪਾਰਟੀ ਦੇ ਪਦਾਧਿਕਾਰੀ ਰਹਿਣ ਦਾ ਕੋਈ ਹੱਕ ਨਹੀਂ ਹੈਗਾ। ਆਈਟੀ ਸੈੱਲ ਨੂੰ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਕਿ ਜੋ ਪਾਰਟੀ ਸਰਕਾਰ ਕੰਮ ਕਰ ਰਹੀ ਹੈ ਉਹਦਾ ਪ੍ਰਚਾਰ ਪ੍ਰਸਾਰ ਕਰਨਾ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣਾ ਗੁਰੂ ਬਣਾ ਕੇ ਉਹਦਾ ਪ੍ਰਚਾਰ ਪ੍ਰਸਾਰ ਕਰਨਾ। ਬੀਜੇਪੀ ਦੇ ਸੁਨੀਲ ਲੁਥਰਾ ਜੀ ਨੇ ਇਲਜ਼ਾਮ ਲਗਾਇਆ ਕਿ ਮੇਰੇ ਤੋਂ ਜ਼ਬਰਦਸਤੀ 2-2000 ਰੁਪਈਆ ਇਕੱਠਾ ਕਰਨ ਦਾ ਪ੍ਰੈਸ਼ਰ ਸੀ, ਜਿਸ ਦਾ ਕਿ ਮੈਂ ਵਿਰੋਧ ਕੀਤਾ। ਇਹ ਕਾਰਨ ਸੀ ਕਿ ਮੇਰਾ ਪਦ ਸੀ ਉਹ ਤੋਂ ਮੈਨੂੰ ਹਟਾ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਦਾ ਜਿਹੜਾ ਫਾਈਨੈਂਸ਼ਲੀ ਖਰਚਾ ਹੈ ਉਹ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਆਪਸ 'ਚ ਡਿਸਟ੍ਰੀਬਿਊਟ ਕਰਕੇ ਕਰਦੇ ਹਾਂ। ਜੇ ਸੁਨੀਲ ਲੁਥਰਾ ਜੀ ਨੂੰ ਕੁਝ ਡਿਸਟ੍ਰੀਬਿਊਸ਼ਨ ਵਾਸਤੇ ਕਿਹਾ ਹੋਏਗਾ ਤਾਂ ਕੋਈ ਗਲਤ ਨਹੀਂ ਹੈਗਾ, ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੁੰਦਾ। ਅਸੀਂ ਸਾਰੇ ਕਾਰਜਕਰਤਾ 500 ਹਜ਼ਾਰ 2000 ਆਪਣੀ ਜੇਬ 'ਚੋਂ ਦੇ ਕੇ ਇਸ ਪਾਰਟੀ ਦਫ਼ਤਰ ਦਾ ਕੋਈ ਜਿਹੜਾ 40 ਤੋਂ 50 ਹਜ਼ਾਰ ਰੁਪਏ ਮਹੀਨਾ ਖਰਚਾ ਹੁੰਦਾ ਅਸੀਂ ਕਰਦੇ ਹਾਂ। ਤੇ ਕੋਈ ਇਲਜ਼ਾਮ ਨਹੀਂ ਹੈਗਾ, ਇਹ 'ਚ ਕੋਈ ਬੁਰਾਈ ਨਹੀਂ ਹੈਗੀ ਔਰ ਅਸੀਂ ਕੋਈ ਇਹਦੇ 'ਚ ਚੋਰੀ ਨਹੀਂ ਕਰਦੇ। ਕਾਰਜਕਰਤਾ ਕੋਲੋਂ ਮੰਗਦੇ ਹਾਂ, ਕਾਰਜਕਰਤਾ ਖੁਸ਼ੀ ਨਾਲ ਦਿੰਦਾ ਹੈ ਔਰ ਪਾਰਟੀ ਚਲਾਉਂਦੇ ਹਾਂ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇ ਅਸੀਂ ਵਿਅਕਤੀ ਹਰ ਜਿਹੜਾ ਪਾਰਟੀ ਦਾ ਕੋਈ ਵੀ ਵਿਅਕਤੀ ਆ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਕਿਸੇ ਨਾ ਕਿਸੇ ਲੀਡਰ ਨਾਲ ਜੁੜਿਆ ਹੁੰਦਾ। ਪੂਰੀ ਭਾਰਤੀ ਜਨਤਾ ਪਾਰਟੀ ਵੀ ਨਰਿੰਦਰ ਮੋਦੀ ਨਾਲ ਜੁੜੀ ਹੋਈ ਆ, ਉਹਨਾਂ ਦਾ ਪਰਸਨਲੀ ਪ੍ਰਚਾਰ ਕਰਦੀ ਆ, ਉਹ ਵੀ ਤਾਂ ਇੱਕ ਵਿਅਕਤੀ ਵਿਸ਼ੇਸ਼ ਹੈ। ਤੇ ਜੇ ਅਸੀਂ ਅਨਿਲ ਜੋਸ਼ੀ ਦਾ ਪ੍ਰਚਾਰ ਕਰ ਵੀ ਰਹੇ ਹਾਂ ਪਾਰਟੀ ਨੀਤੀਆਂ ਦੇ ਉੱਤੇ, ਤੇ ਇਹਦੇ ਵਿੱਚ ਗਲਤ ਕੀ ਹੈ? ਕੋਈ ਬੁਰਾਈ ਨਹੀਂ ਹੈਗੀ, ਬਹੁਤ ਅੱਛਾ ਕਰ ਰਹੇ ਹੈ, ਕਿਉਂਕਿ ਜਦੋਂ ਤੱਕ ਕੋਈ ਪਾਰਟੀ ਦਾ ਪਦਾਧਿਕਾਰੀ ਹੁੰਦਾ ਉਹਨੂੰ ਪਾਰਟੀ ਦੇ ਅਨੁਸ਼ਾਸਨ ਵਿੱਚ ਰਹਿਣਾ ਹੁੰਦਾ ਹੈ। ਪਾਰਟੀ ਦੇ ਅਨੁਸ਼ਾਸਨ 'ਚ ਰਹਿ ਕੇ ਪਾਰਟੀ ਪਲੇਟਫਾਰਮ 'ਤੇ ਹੀ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ। ਲੇਕਿਨ ਜਦੋਂ ਉਹ ਪਾਰਟੀ ਪਦਾਧਿਕਾਰੀ ਨਹੀਂ ਹੁੰਦਾ ਫਿਰ ਉਹਨੂੰ ਕਿਤੇ ਵੀ ਜਾਂਦਾ ਹੈ, ਕੋਈ ਪਾਰਟੀ ਮਨਾ ਨਹੀਂ ਕਰਦੀ। ਅਸੀਂ ਉਹਨਾਂ ਨੂੰ ਮਨਾ ਨਹੀਂ ਕੀਤਾ, ਉਹ ਕਿਸੇ ਦਾ ਪ੍ਰਚਾਰ ਪ੍ਰਸਾਰ ਕਿਸੇ ਦੀ ਕੋਠੀ ਬੈ ਕੇ ਪ੍ਰੈਸ ਕਾਨਫਰੰਸਾਂ ਕਰਨ, ਉਹਦੇ ਘਰ ਖਾਣ ਪੀਣ ਆਉਣ ਜਾਣ, ਅਸੀਂ ਕਦੀ ਵੀ ਨਹੀਂ ਮਨਾ ਕਰਦੇ। ਕਾਰਜਕਰਤਾ ਕਿਤੇ ਵੀ ਜਾਂਦਾ। ਅਨਿਲ ਜੋਸ਼ੀ ਦੇ ਖੇਤੀ ਮੁੱਦੇ ਦੇ ਸਟੈਂਡ ਦੇ ਉੱਤੇ ਤੁਹਾਡਾ ਕੀ ਪੱਖ ਹੈ? ਮੇਰਾ ਪੱਖ ਹੈ ਕਿ ਕਿਸਾਨ ਮੁੱਦਾ ਜਿਹੜਾ ਇਹ ਕਿਸਾਨੀ ਅੰਦੋਲਨ ਚੱਲ ਰਿਹਾ ਇਹ ਮੰਦਭਾਗਾ ਹੈ, ਇਹ ਬਹੁਤ ਜਲਦ ਖਤਮ ਹੋਣਾ ਚਾਹੀਦਾ ਹੈ। ਦੇਸ਼ ਦੀ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਹਿੱਤ ਵਿੱਚ ਇਹਨਾਂ ਬਿੱਲਾਂ ਨੂੰ ਲੈ ਕੇ ਆਈ ਹੈ। ਇਸ ਦੇਸ਼ ਦਾ 90% ਕਿਸਾਨ ਜਿਹੜਾ ਇਹਨਾਂ ਬਿੱਲਾਂ ਤੋਂ ਖੁਸ਼ ਹੈ। ਸਿਰਫ ਇੱਕ ਪੰਜਾਬ ਔਰ ਹਰਿਆਣੇ ਦੇ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਕਮਿਊਨਿਸਟਾਂ ਔਰ ਕਾਂਗਰਸੀਆਂ ਦੇ ਹੱਥੇ ਚੜੀਆਂ, ਉਹ ਇਸ ਮੁੱਦੇ ਨੂੰ ਭੜਕਾ ਰਹੀਆਂ, ਗਲਤ ਦਿਖਾ ਰਹੀਆਂ। ਤਾਂ ਮੈਂ ਸਮਝਦਾ ਕਿ ਇਹ ਕਿਸਾਨ ਬਿੱਲ ਜਿਹੜੇ ਹੈ ਇਹ ਦੇਸ਼ ਦੇ ਹਿੱਤ 'ਚ ਹੈ, ਕਿਸਾਨਾਂ ਦੇ ਹਿੱਤ 'ਚ ਹੈ, ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਵਾਲੇ ਹੈ। ਲੇਕਿਨ ਪੰਜਾਬ ਦੇ ਕਿਸਾਨ ਕਿਉਂਕਿ ਰਾਜਨੀਤਿਕ ਪੱਖੋਂ ਆਉਣ ਵਾਲੇ 2022 ਦੇ ਇਲੈਕਸ਼ਨ ਨੂੰ ਸਾਹਮਣੇ ਰੱਖ ਕੇ ਇਹਨੂੰ ਦੇਖ ਰਹੇ ਹੈ, ਇਸ ਕਰਕੇ ਇਹ ਸਾਰੀਆਂ ਕਿਸਾਨ ਅੰਦੋਲਨ ਨਾ ਹੋ ਕੇ 2022 ਦੀਆਂ ਗੋਟੀਆਂ ਫਿੱਟ ਹੋ ਰਹੀਆਂ ਔਰ ਮੰਦਭਾਗਾ ਨੂੰ ਮਿਲ ਰਿਹਾ ਨਾ ਕਿ ਵੱਖੋ ਵੱਖ ਬਿਆਨਬਾਜ਼ੀਆਂ ਵੱਖੋ ਵੱਖ ਇੰਟਰਵਿਊਆਂ ਵੀ ਅੱਜ ਕੱਲ੍ਹ ਦੇਖਣ ਨੂੰ ਮਿਲ ਰਹੀਆਂ ਨੇ।
ਮੀਡੀਆ ਦੇ ਵਿੱਚ ਮੈਂ ਆਪਣੇ ਘਰ ਕਿਸੇ ਨੂੰ ਆਪਣੇ ਡਰਾਇੰਗ ਰੂਮ 'ਚ ਸੱਦ ਕੇ ਚੰਗਾ ਖਵਾ ਪਿਆ ਕੇ ਜੇ ਚਾਰ ਸ਼ਬਦ ਬੁਲਵਾ ਲੈਣਾ ਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਵੈਲਿਊ ਬੋਲਣ ਵਾਲੇ ਦੀ ਹੈ, ਸੁਣਨ ਵਾਲੇ ਦੀ ਵੈਲਿਊ ਨਹੀਂ ਹੈਗੀ। ਜਿਹੜਾ ਬੋਲ ਰਿਹਾ, ਬੋਲ ਕੌਣ ਰਿਹਾ? ਇਸ ਸ਼ਹਿਰ ਦਾ ਕੋਈ ਪਦਾਧਿਕਾਰੀ ਬੋਲਿਆ, ਕੋਈ ਪੰਜਾਬ ਦਾ ਪਦਾਧਿਕਾਰੀ ਬੋਲਿਆ, ਕੋਈ ਆਫਿਸ ਬੇਅਰਰ ਬੋਲਿਆ, ਕੋਈ ਸਾਡਾ ਮੰਡਲ ਪ੍ਰਧਾਨ ਬੋਲਿਆ ਤੇ ਉਹਦੀ ਵੈਲਿਊ ਹੈ। ਕੋਈ ਜਣਾ ਖਣਾ ਕਿਸੇ ਦੇ ਡਰਾਇੰਗ ਰੂਮ 'ਚ ਬਹਿ ਕੇ ਚੰਗੀ ਚਾਹ ਪੀ ਕੇ 2 ਪਰੌਂਠੀਆਂ ਵੱਧ ਖਾ ਕੇ ਕੋਈ 4 ਸ਼ਬਦ ਵੱਧ ਬੋਲ ਦਿੰਦਾ ਤੇ ਉਹਦੀ ਕੋਈ ਵੈਲਿਊ ਨਹੀਂ। ਜੋ ਅਨਿਲ ਜੋਸ਼ੀ ਦਾ ਪਰਸਨਲੀ ਤੌਰ ਦੇ ਉੱਪਰ ਪ੍ਰਚਾਰ ਕਰ ਰਹੇ ਸਨ, ਇਹ ਕਾਰਨ ਹੈ ਕਿ ਇਹਨਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ। ਇਹੋ ਦੱਸ ਕੇ ਸਨੀ ਚੋਪੜਾ ਜੀ ਬੀਜੇਪੀ ਆਈਟੀ ਸੈੱਲ ਜਿਹੜਾ ਪੂਰਾ ਦਾ ਪੂਰਾ ਭੰਗ ਕਰ ਦਿੱਤਾ ਗਿਆ। ਉਹਨਾਂ ਦਾ ਵੀ ਇਹੋ ਕਹਿਣਾ ਵਾ ਕਿ ਅਸੀਂ ਵਿਅਕਤੀ ਵਿਸ਼ੇਸ਼ ਦਾ ਪ੍ਰਚਾਰ ਨਹੀਂ ਸਾ ਕਰ ਰਹੇ, ਅਸੀਂ ਖੇਤੀ ਮੁੱਦੇ ਦੇ ਉੱਤੇ ਜਿਹੜਾ ਅਨਿਲ ਜੋਸ਼ੀ ਨੇ ਸਟੈਂਡ ਲਿਆ ਹੋਇਆ ਵਾ, ਅਸੀਂ ਉਹ ਹੀ ਪੋਸਟਾਂ ਫੇਸਬੁੱਕ ਤੇ ਦੂਸਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪਾ ਕੇ ਪਾਰਟੀ ਦਾ ਪ੍ਰਚਾਰ ਹੀ ਕਰ ਰਹੇ ਸਾਂ, ਪਾਰਟੀ ਦੇ ਹੱਕ ਦੀ ਗੱਲ ਹੀ ਕਰ ਰਹੇ ਸਾਂ। ਕਿਉਂਕਿ ਖੇਤੀ ਜਿਹੜਾ ਬਿੱਲ ਆ, ਖੇਤੀ ਮੁੱਦੇ ਦਾ ਜਿਹੜਾ ਸਟੈਂਡ ਅਨਿਲ ਜੋਸ਼ੀ ਨੇ ਲਿਆ ਹੋਇਆ ਵਾ, ਅਗਰ ਬੀਜੇਪੀ ਪਾਰਟੀ ਉਸ ਸਟੈਂਡ ਨੂੰ ਪੋਜ਼ਿਟਿਵ ਲੈਂਦੀ ਹੋਈ ਅਨਿਲ ਜੋਸ਼ੀ ਦੀ ਗੱਲ ਮੰਨ ਕੇ ਖੇਤੀ ਬਿੱਲਾਂ ਨੂੰ ਰੱਦ ਕਰਕੇ ਜਾਂ ਉਸ ਦੇ ਵਿੱਚ ਕਿਸਾਨਾਂ ਦੀ ਸਹਿਮਤੀ ਲੈ ਕੇ ਕੋਈ ਵੀ ਸੁਧਾਰ ਕਰਦੀ ਹੈ ਤਾਂ 2022 ਦੇ ਵਿੱਚ ਉਸ ਦਾ ਬੀਜੇਪੀ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ। ਪਰਮਜੀਤ ਸਿੰਘ, ਚੈਨਲ AK1 ਤੋਂ ਕੈਮਰਾਮੈਨ ਹਰਪ੍ਰੀਤ ਸਿੰਘ ਦੇ ਨਾਲ।